ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਮੈਮ ਤੁਹਾਡਾ। ਬਹੁਤ ਧੰਨਵਾਦ ਵੀਰੇ। ਤੇ ਹਮੇਸ਼ਾ ਵਾਂਗ ਅੱਜ ਦਾ ਵੀ ਵਿਸ਼ਾ, ਕਿਉਂਕਿ ਬਹੁਤ ਕਹਿ ਸਕਦੇ ਹਾਂ ਕਿ ਇੱਕ ਵੱਖ ਕਿਸਮ ਦਾ ਅਸੀਂ ਮੁੱਦਾ ਲੈ ਕੇ ਆ ਰਹੇ ਹਾਂ, ਜੋ ਕਿ ਲੋਕਾਂ ਦੀ ਬੇਨਤੀ ਦੇ ਉੱਤੇ ਹੀ ਬਹੁਤ ਸਾਰੇ ਸਾਡੇ ਵੀਰਾਂ ਦਾ ਇਸ ਸੰਬੰਧੀ ਸਵਾਲ ਆਇਆ ਸੀ, ਤੇ ਉਸੇ ਕਾਰਨ ਹੀ ਇਹ ਇੱਕ ਜੋ ਅੱਜ ਦਾ ਅਸੀਂ ਵਿਸ਼ਾ ਛੋਹਣ ਲੱਗੇ ਹਾਂ। ਸੋ ਮੈਂ ਹਮੇਸ਼ਾ ਦੇ ਵਾਂਗ ਇਹੀ ਕਹਿ ਸਕਦੀ ਹਾਂ ਕਿ ਸੁਖਵਿੰਦਰ ਜੀ ਹੀ ਕਰ ਸਕਦੇ ਨੇ ਜੁਰਤ ਇਹੋ ਜਿਹਾ ਵਿਸ਼ਾ ਲਿਆਉਣ ਦੀ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੰਦੇ ਹੋ। ਮੈਂ ਇੱਕ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਡਾਕਟਰ ਸਾਹਿਬ ਉਹਨਾਂ ਨਾਲ ਜਿੰਨੀ ਵੀ ਵਾਰਤਾ ਸਾਡੀ ਹੁੰਦੀ ਹੈ, ਉਹ ਕੋਈ ਇਹ ਨਹੀਂ ਕਿ ਤੁਸੀਂ ਸੋਸ਼ਲ ਮੀਡੀਆ ਦਾ ਜਾਂ ਫਿਰ ਕਿਤੋਂ ਇੰਟਰਨੈਟ ਤੋਂ ਚੱਕ ਕੇ ਗਿਆਨ। ਇਹ ਰਿਪੋਰਟਾਂ ਜਿਹੜੀਆਂ ਨੇ ਇਹ ਉਸ ਰਿਸਰਚ ਦੇ ਆਧਾਰ ਦੇ ਉੱਤੇ ਨੇ, ਜਿਹੜੀਆਂ ਤੁਹਾਡੇ ਸਾਡੇ ਵਿੱਚ ਸ਼ਾਇਦ ਲੋਕ ਉਹਨਾਂ ਨਹੀਂ ਪੜ੍ਹਦੇ। ਉਹਨਾਂ ਨੂੰ ਜੇ ਪੜ੍ਹਨ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਆਖਿਰਕਾਰ ਹੋ ਕੀ ਰਿਹਾ। ਪਿੱਛੇ ਜੇ ਅਸੀਂ ਜਿਹੜੇ ਪ੍ਰੋਗਰਾਮ ਕੀਤੇ ਸੀ ਕਿ ਗੁਪਤ ਅੰਗਾਂ ਨਾਲ ਕੀ ਕੀਤਾ ਜਾ ਰਿਹਾ ਹੈ, ਜਾਂ ਕੰਡੋਮ ਨੂੰ ਲੈ ਕੇ ਕਿਸ ਤਰ੍ਹਾਂ ਨਸ਼ਾ ਫੈਲਿਆ, ਤੇ ਇਹਨੂੰ ਲੈ ਕੇ ਹੁਣ ਲੋਕਾਂ ਦੇ ਸਵਾਲ ਬਹੁਤ ਆ ਰਹੇ ਸੀ ਕਿ ਇਨਫਰਟੀਲਿਟੀ ਦੇ ਉੱਤੇ, ਬਾਂਝਪਨ ਦੇ ਉੱਤੇ ਗੱਲ ਕੀਤੀ ਜਾਵੇ। ਕਿਉਂਕਿ IVF ਸੈਂਟਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਜਿਵੇਂ ਆਇਲ ਸੈਂਟਰ ਨੇ ਉਹਦੇ ਵਾਂਗੂ ਖੁੰਭਾਂ ਵਾਂਗੂ ਵੱਧਦੇ ਜਾ ਰਹੇ ਨੇ। ਉਹਦੇ ਵਿੱਚ ਸਮੱਸਿਆਵਾਂ ਵੀ ਕਿਤੇ ਨਾ ਕਿਤੇ ਸਾਹਮਣੇ ਆਉਂਦੀਆਂ ਨੇ। ਕਈ ਵਾਰ ਇਹ ਵੀ ਹੁੰਦਾ ਕਿ ਪਰਿਵਾਰਾਂ ਦੇ ਵਿੱਚ ਸਵਾਲ ਇਹ ਖੜਾ ਹੋ ਜਾਂਦਾ ਕਿ ਕਸੂਰ ਕਿਹਦਾ ਆ ਕਿ ਬੱਚਾ ਪੈਦਾ ਨਾ ਹੋਣ ਦੇ ਵਿੱਚ, ਮਰਦ ਦਾ ਜਾਂ ਔਰਤ ਦਾ। ਇਹ ਵੀ ਸਵਾਲ ਖੜੇ ਹੁੰਦੇ ਨੇ। ਪਰ ਅੱਜ ਦੇ ਹਾਲਾਤ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਕਿਉਂਕਿ ਜੇ ਪਿਛਲੀ ਸੋਚ ਦੇ ਵਿੱਚ ਲੋਕ ਜਿਉਂਦੇ ਰਹਿਣ ਤਾਂ ਬਹੁਤ ਵੱਡੇ ਜਿਹੜੇ ਉਹ ਸਵਾਲ ਖੜੇ ਹੁੰਦੇ ਨੇ। ਅੱਜ ਦੇ ਹਾਲਾਤ ਕੀ ਕਹਿੰਦੇ ਨੇ? ਸੁਖਵਿੰਦਰ ਜੀ, ਤੁਹਾਡੇ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਜ਼ਰੂਰ ਤੁਹਾਡੀ ਹੋਈ ਵਡਿਆਈ ਕਰਨ ਲੱਗੀ ਹਾਂ ਕਿ ਜਿਸ ਤਰੀਕੇ ਦਾ ਸ਼ੋਅ ਅਸੀਂ ਪਹਿਲਾਂ ਕੀਤਾ ਸੀ, ਜੋ ਕਿ ਨਸ਼ਿਆਂ ਦੇ ਸੰਬੰਧਿਤ ਸੀ, ਉਹਦੇ ਲਈ ਇੱਕ ਮੌਜੂਦਾ ਸਰਕਾਰ ਵਿੱਚੋਂ ਵੀ ਇੱਕ ਉੱਚ ਅਧਿਕਾਰੀ ਤੇ ਇੱਕ ਪਹਿਲੇ ਸਿਆਸਤਦਾਨ ਵੱਲੋਂ ਵੀ ਉਹਨਾਂ ਉਹੋ ਜਿਹੇ ਕੇਸਿਸ ਨੂੰ ਉਜਾਗਰ ਵੀ ਕੀਤਾ ਗਿਆ। ਤੇ ਉਹਦੇ ਨਾਲ ਇੱਕ ਹੋਰ ਜੋ ਸਾਨੂੰ ਜਿਸ ਕਾਰਨ ਅਸੀਂ ਪ੍ਰੋਗਰਾਮ ਕੀਤੇ ਸੀ ਕਿ ਘੱਟੋ ਘੱਟ ਬੱਚੇ ਤਾਂ ਕਰ ਹੀ ਰਹੇ ਨੇ ਤੇ ਮਾਪੇ ਇਸ ਤੋਂ ਅਣਜਾਣ ਨੇ। ਸੋ ਉਸ ਤਰ੍ਹਾਂ ਦੇ ਇਸ ਵੇਲੇ ਆਪਾਂ ਕੋਲ 25 ਕੇਸ ਆ ਚੁੱਕੇ ਨੇ, ਜਿਨ੍ਹਾਂ ਸਦਕਾ ਉਹਨਾਂ ਨੂੰ ਪਤਾ ਲੱਗਿਆ ਕਿ ਕੀ ਵੋਦਕਾ ਟੈਂਪੂਨ ਹੈ ਤੇ ਵਾਕਈ ਵਰਤੇ ਜਾ ਰਹੇ ਨੇ, ਜਾਂ ਜਿਸ ਤਰੀਕੇ ਦੀ ਅਸੀਂ ਉਹ ਧੁਨੀਆਂ ਖਰੀਦ ਰਹੇ ਸਨ ਬੱਚੇ। ਸੋ ਉਹ ਸਾਰੀਆਂ ਚੀਜ਼ਾਂ ਮਾਪਿਆਂ ਨੂੰ ਪਤਾ ਲੱਗੀਆਂ, ਕਿਉਂਕਿ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ। ਸੋ ਉਹ ਹੁਣ ਸਭ ਤੋਂ ਅੱਛੇ ਤਰੀਕੇ ਆਪਣੇ ਬੱਚਿਆਂ ਨੂੰ ਉਸ ਥਾਂ ਤੋਂ ਰੋਕ ਸਕ ਰਹੇ ਨੇ। ਸੋ ਸ਼ੁਕਰ ਹੈ, ਸਾਡਾ ਮਕਸਦ ਵੀ ਇਹੋ ਸੀ ਕਿ ਮਾਪੇ ਅਣਜਾਣ ਨੇ, ਉਹਨਾਂ ਨੂੰ ਪਤਾ ਹੋਵੇ। ਇਨ ਬਿਨ ਜੋ ਤੁਸੀਂ ਅੱਜ ਸਵਾਲ ਪੁੱਛਿਆ, ਵਾਕਈ ਇਹ ਕਿ ਇਨਫਰਟੀਲਿਟੀ ਸੈਂਟਰਾਂ ਦੀ ਭਰਮਾਰ ਦੱਸਦੀ ਹੈ ਕਿ ਕਿਸ ਦੌਰ ਵਿੱਚੋਂ ਪੰਜਾਬੀ ਲੰਘ ਰਹੇ ਨੇ। ਉਹਨਾਂ ਉੱਤੇ ਇੱਕ ਬਹੁਤ ਅਹਿਮ ਗੱਲ ਸਾਡੇ ਧਾਰਮਿਕ ਆਗੂ ਵੱਲੋਂ ਵੀ ਉੱਠੀ ਕਿ ਤੁਸੀਂ ਜੀ ਸਾਡੇ ਜੀਨ ਦੀ ਤਬਦੀਲੀ ਹੋ ਰਹੀ ਹੈ। ਸੋ ਆਪਾਂ ਉਹ ਸਾਰੇ ਮੁੱਦੇ ਨੂੰ ਥੋੜਾ ਜਿਹਾ ਸੌਖੀ ਜ਼ਬਾਨ ਵਿੱਚ ਸਮਝਾਉਣ ਲਈ ਕਿ ਕੀ ਹੈ ਤੇ ਕਿਸ ਤਰੀਕੇ ਇਹ ਵੱਧ ਰਹੀ ਹੈ ਤੇ ਕਿਵੇਂ ਇਹਦਾ ਇਲਾਜ ਕੀਤਾ ਜਾ ਸਕਦਾ ਹੈ, ਉਹ ਸੌਖੇ ਸ਼ਬਦ ਵਿੱਚ ਸਮਝਾ ਦਿਆਂਗੇ ਤਾਂ ਬਹੁਤ, ਮੇਰਾ ਖਿਆਲ ਹੈ, ਲੋਕਾਂ ਦਾ ਫਾਇਦਾ ਹੋ ਸਕਦਾ ਹੈ। ਕਿਉਂਕਿ ਜਿਸ ਤਰੀਕੇ ਲੱਖਾਂ ਦੇ ਵਿੱਚ ਖਰਚਾ ਲੋਕ ਇਨਫਰਟੀਲਿਟੀ ਸੈਂਟਰਾਂ ਵਿੱਚ ਕਰ ਰਹੇ ਨੇ, ਉਹਦੇ ਲਈ ਮੈਂ ਥੋੜਾ ਜਿਹਾ ਅੰਤਰਰਾਸ਼ਟਰੀ ਅੰਕੜੇ ਵੀ ਤੁਹਾਨੂੰ ਦੱਸ ਦਿਆਂ ਕਿ ਕਿਤੇ ਸਿਰਫ ਇਹੀ ਨਾ ਸੋਚ ਰਹਿ ਜਾਏ ਕਿ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਇੱਕ ਨਸ਼ੇ ਦੇ ਨਾਲ ਜੋੜ ਕੇ ਕੁਝ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਬਦਨਾਮ ਵੀ ਕਰ ਦਿੱਤਾ ਜਾਂਦਾ ਹੈ। ਤਾਂ ਮੇਰਾ ਖਿਆਲ ਹੈ, ਮੈਂ ਤਾਂ ਹੀ ਦੱਸ ਦੇਵਾਂ ਕਿ ਡਰੱਗਸ ਇਕੱਲੇ ਪੰਜਾਬ ਵਿੱਚ ਨਹੀਂ ਹਨ, ਹੋਰ ਵੀ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਨੇ। ਪਰ ਉਹਨਾਂ ਵਿੱਚ ਜੋ ਕਿ ਫਿਗਰਸ ਦੱਸਦੇ ਨੇ ਕਿ 26% ਨੇ ਅਜਿਹੇ, ਪਰ ਜਿਨ੍ਹਾਂ ਵਿੱਚ ਔਰਤਾਂ ਵਿੱਚ ਨੁਕਸ ਲੱਭੇ ਤੇ 19% ਮਰਦਾਂ ਵਿੱਚ। ਇਹ ਨੇ ਅਮਰੀਕਾ ਦੇ ਫਿਗਰਸ, ਯਾਨੀ ਉੱਥੇ ਦੇ ਜੋ ਅੰਕੜੇ ਦੱਸਦੇ ਨੇ। ਥੋੜਾ ਜਿਹਾ ਖਿਆਲ ਅੱਗੇ ਆਪਾਂ ਕਰੀਏ ਤਾਂ ਅਫਰੀਕਾ ਵਿੱਚ ਇਹ ਗਿਣਤੀ ਸਿਰਫ 8% ਹੈ। ਮੈਂ ਇਸ ਕਰਕੇ ਗਿਣਤੀਆਂ ਮਿਣਤੀਆਂ 'ਚ ਪਈਆਂ ਕਿ ਇੱਥੋਂ ਹੀ ਬਹੁਤ ਅੰਦਾਜ਼ਾ ਹੋ ਜਾਏਗਾ ਕਿ ਅਮਰੀਕਾ ਦੇ ਨਾਲ ਵਿਕਸਿਤ ਜਾਂ ਵਿਕਾਸਸ਼ੀਲ ਮੁਲਕਾਂ 'ਚ ਕਿੰਨਾ ਕੁ ਫਰਕ ਹੈ। ਭਾਰਤ ਵਿੱਚ ਵੀ 8% ਹੀ ਜੇ, ਯਾਨੀ ਅਮਰੀਕਾ ਤੋਂ ਬਹੁਤ ਘੱਟ। ਪਰ ਇਨਫਰਟੀਲਿਟੀ ਸੈਂਟਰ ਸਾਡੇ ਧੜਾਧੜ ਜਿਸ ਤਰੀਕੇ ਵੱਧ ਰਹੇ ਨੇ, ਉਹ ਸਿਰਫ ਇਸ ਕਾਰਨ ਕਿ ਸਾਨੂੰ ਪਤਾ ਨਹੀਂ। ਕਿੰਨੀਆਂ ਆਮ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਠੀਕ ਕਰ ਸਕਦੇ ਹਾਂ, ਉਹ ਨਾ ਪਤਾ ਹੋਣ ਕਾਰਨ ਹੀ ਇਹ ਸਾਡੀ ਗਿਣਤੀ ਵਧੀ ਜਾ ਰਹੀ ਹੈ। ਹੁਣ ਇਹਨਾਂ ਵਿੱਚੋਂ
ਦੇਖੋ ਜੇ ਬੰਗਾਲ ਵਿੱਚ ਦੇਖੀਏ, ਮੈਂ ਪੰਜਾਬ ਤੇ ਬੰਗਾਲ ਦੀ ਕੰਪੈਰੀਜ਼ਨ ਜਾਣ-ਬੁੱਝ ਕੇ ਕਰ ਰਹੀ ਹਾਂ ਤਾਂ ਕਿ ਜਿਹੜੇ ਵੀ ਕੱਲ ਨੂੰ ਇਲਜ਼ਾਮ ਲਾਣ ਕਿ ਪੰਜਾਬੀ ਨਪੁੰਸਕ ਸਭ ਤੋਂ ਵੱਧ ਨੇ, ਮੈਂ ਉਹਨਾਂ ਦੇ ਧਿਆਨ ਹਿੱਤ ਲਿਆ ਦੇਵਾਂ ਕਿ 8% ਅਫਰੀਕਾ 'ਚ ਜੇ 8% ਗਿਣਤੀ ਭਾਰਤ ਵਿੱਚ ਜੇ, ਜਿੱਥੋਂ ਕਿ ਬੰਗਾਲ ਵਿੱਚ 13.9% ਜੇ, ਮੇਘਾਲਿਆ ਵਿੱਚ 2.5% ਜੇ ਤੇ ਪੰਜਾਬ ਵਿੱਚ ਇਹ 8.89 ਯਾਨੀ 8.89%। ਪਹਿਲੀ ਚੀਜ਼ ਤਾਂ ਅਸੀਂ ਬੰਗਾਲ ਨਾਲੋਂ ਘੱਟ ਆ, ਪਰ ਸਾਡੀ ਗਿਣਤੀ ਫਿਰ ਵੀ ਕਾਫੀ ਹੈ, ਯਾਨੀ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੈ। ਹੁਣ ਇਹਨਾਂ ਵਿੱਚ ਜਿਹੜੀਆਂ ਖੋਜ ਰਾਹੀਂ ਪਤਾ ਲੱਗਿਆ ਜੇ, ਜਿਹੜੀਆਂ ਇਹਨਾਂ ਚੋਂ ਇਲਾਜ ਲਈ ਜਾਂਦੀਆਂ ਨੇ, ਹੁਣ ਬੰਦੇ ਤੇ ਔਰਤਾਂ ਕਿਸ ਤਰੀਕੇ ਯਾਨੀ ਗਲਤ ਰਾਏ ਤੁਰਦੇ ਨੇ, ਮੈਂ ਸਿਰਫ ਉਹ ਦੱਸਣ ਲੱਗੀ ਹਾਂ। ਐਲੋਪੈਥਿਕ ਇਲਾਜ ਕਰਨ ਲਈ ਭਾਵੇਂ 80% ਇਹਨਾਂ ਚੋਂ ਲੋਕ ਪਹੁੰਚੇ, ਯਾਨੀ ਇਹ ਰਿਕਾਰਡ ਹੈ ਸਾਡੇ ਕੋਲ, ਫਿਰ ਵੀ ਉਹਨਾਂ ਚੋਂ ਇਹਨਾਂ 80% ਚੋਂ ਹੀ 33% ਉਹ ਸਨ ਜਿਨ੍ਹਾਂ ਨੇ ਇਹਨੂੰ ਇਲਾਜ ਛੱਡ ਕੇ ਓੜ-ਪੋੜ ਕੀਤਾ, ਦੇਸੀ ਨੁਸਖੇ ਕੀਤੇ, ਹੋਮਿਓਪੈਥੀ ਕੀਤੇ, ਆਯੁਰਵੈਦਿਕ ਦਵਾਈ ਸ਼ੁਰੂ ਕੀਤੀ, ਯਾਨੀ ਇਸ ਪਾਸੇ ਵੱਲ ਨੂੰ ਮੁੜ ਗਏ। ਹੁਣ ਇਹ 80% ਦੱਸਣ ਦਾ ਮਤਲਬ ਇਹ ਹੈ ਕਿ 20% ਅਜਿਹੇ ਨੇ ਜਿਨ੍ਹਾਂ ਨੇ ਕੋਈ ਇਲਾਜ ਨਹੀਂ ਕੀਤਾ। ਇਲਾਜ ਪਤਾ ਜੇ ਕੀ ਕੀਤਾ ਗਿਆ, ਕਿ ਨੂੰਹ ਬਦਲ ਲਓ, ਨਵੀਂ ਨੂੰਹ ਲਿਆਓ। ਤਾਂ ਇਹ ਜੇ ਸਾਡੀ ਮੈਂਟੈਲਿਟੀ, ਸਾਡੀ ਸੋਚ ਕਿ ਅਸੀਂ ਕਿਸ ਪਾਸੇ ਨੂੰ ਤੁਰੇ ਪਏ। ਹੁਣ ਇਹਦੇ ਵਿੱਚ ਦੇਖੋ ਜਿਹੜੀ WHO ਦੇ ਅੰਕੜਿਆਂ ਅਨੁਸਾਰ 20% ਮਰਦ ਦੁਨੀਆ ਭਰ ਦੇ ਅਜਿਹੇ ਨੇ ਜਿਹੜੇ ਬੱਚਾ ਜੰਮਣ ਦੀ ਤਾਕਤ ਸਦੀਵ ਹੀ ਗਵਾ ਬੈਠੇ ਨੇ। ਬਹੁਤ ਵੱਡਾ ਅੰਕੜਾ ਜੀ, 20% ਯਾਨੀ ਸਿਰਫ 80% ਠੀਕ ਗਿਣ ਰਹੇ ਨੇ ਉਹ। ਇਸੇ ਲਈ ਅੱਜ ਦੇ ਪ੍ਰੋਗਰਾਮ ਦੀ ਅਹਿਮੀਅਤ ਹੈ ਕਿ ਜਿਹੜੇ ਨੁਕਸ ਛੇਤੀ ਲੱਭ ਕੇ ਅਸੀਂ ਕਾਰਨ ਠੀਕ ਕਰ ਸਕਦੇ ਹੋਈਏ ਤਾਂ ਅਸੀਂ ਇਹ ਸਦੀਵੀ ਨੁਕਸ ਤੋਂ ਬਚ ਸਕਦੇ ਹਾਂ। ਹੁਣ ਭਾਰਤ ਵਿੱਚ ਇਹ ਗਿਣਤੀ ਪਤਾ ਜੇ ਕਿੱਥੇ ਜੇ 23%, ਯਾਨੀ ਦੁਨੀਆ ਭਰ ਵਿੱਚ ਜੇ 20% ਹੈ, ਭਾਰਤ 23% ਤੇ ਪਹੁੰਚ ਰਿਹਾ ਹੈ, ਸਿਰਫ ਓੜ-ਪੋੜ ਕਾਰਨ ਉਹਨਾਂ ਰੋਗਾਂ ਲਈ ਜਿਨ੍ਹਾਂ ਦੇ ਇਲਾਜ ਸੰਭਵ ਨੇ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਸ਼ੁਰੂ ਕਰਾਂਗੀ, ਜਿਹੜੀ ਕਿ ਉਹ ਵੀ ਖੋਜ ਹੀ ਛਾਪੀ ਹੈ ਉਹਨਾਂ ਨੇ, ਤਾਂ ਕਿ 1% ਕਿੰਤੂ ਪਰੰਤੂ ਨਾ ਰਹੇ। ਇਸੇ ਕਾਰਨ ਮੈਂ ਉਹ ਜਿਵੇਂ ਹਮੇਸ਼ਾ ਵਾਂਗ ਮੈਂ ਇਹ ਸੈਂਟਰਲ ਯੂਨੀਵਰਸਿਟੀ ਦੇ ਮੈਂ ਰਿਪੋਰਟਾਂ ਲਈ ਖੜੀ ਹਾਂ, ਇਨਕਲੂਡਿੰਗ ਜਿਹੜੀ ਇੰਡੀਅਨ ਐਕਸਪ੍ਰੈਸ 'ਚ ਜੋ ਖੋਜ ਛਪੀ, ਧਿਆਨ ਕਰਿਓ। ਉਸ 'ਚ ਉਹਨਾਂ ਨੇ ਕਾਰਨ ਜੋ ਪਹਿਲੇ ਨੰਬਰ ਤੇ ਲੱਭਿਆ ਉਹ ਇਹ ਸੀ ਕਿ ਲੈਪਟਾਪ ਜਾਂ ਤੁਸੀਂ ਇਹ ਟੇਬਲੇਟ ਜਦੋਂ ਰੱਖ ਕੇ ਪੱਟਾਂ ਦੇ ਉੱਪਰ ਤੁਸੀਂ ਬੈਠ ਕੇ ਇਹਨੂੰ ਕੰਮ ਕਰਦੇ ਰਹਿੰਦੇ ਹੋ, ਜਾਂ ਸਮਾਰਟਫੋਨ ਤੁਸੀਂ ਆਪਣੇ ਇਸ ਤਰ੍ਹਾਂ ਦੇ ਰੈਕ 'ਚ ਲਾ ਕੇ ਜਾਂ ਆਪਣੇ ਪੱਟਾਂ ਦੇ ਉੱਪਰ ਜਦੋਂ ਸਪੋਰਟ ਕਰਕੇ ਬਹਿ ਜਾਂਦੇ ਹੋ। ਇਹ ਮੈਂ ਖੋਜ ਦਾ ਤੁਹਾਨੂੰ ਨਾਮ ਵੀ ਦੱਸ ਦਿੰਦੀ ਹਾਂ, ਜੋ ਕੋਈ ਪੜ੍ਹਨਾ ਚਾਹੁੰਦਾ ਹੋਏ। ਇਸ ਖੋਜ ਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ, ਖੋਜ ਦਾ ਨਾਮ ਜੇ ਲੇਟ ਨਾਈਟ ਯੂਜ਼ ਆਫ ਇਲੈਕਟ੍ਰੋਨਿਕ ਮੀਡੀਆ ਡਿਵਾਈਸਿਸ ਇਟ ਕਾਜ਼es ਮੇਲ ਇਨਫਰਟੀਲਿਟੀ। ਇਹ ਖੋਜ ਦਾ ਹੈਡਲਾਈਨ ਜੇ, ਜਿਹੜੀ ਮੈਂ ਤੁਹਾਨੂੰ ਖਬਰ ਵੀ ਛਪੀ ਜੋ ਪੜ੍ਹ ਸਕਦੇ ਹੋ। ਹੁਣ ਇਹਦੇ ਵਿੱਚ ਜਿੰਨੇ ਵੀ ਲੋਕ ਸ਼ਾਮਲ ਕੀਤੇ ਗਏ 7500 ਸਨ, ਕੋਈ ਥੋੜੀ ਬਹੁਤ ਗਿਣਤੀ ਨਹੀਂ, ਜਿਨ੍ਹਾਂ 'ਚ ਛੋਟੀ ਉਮਰ ਦੇ 15 ਸਾਲ ਦੇ ਬੱਚਿਆਂ ਤੋਂ ਲੈ ਕੇ 55 ਸਾਲ ਦੇ ਤੱਕ ਲੋਕ ਸ਼ਾਮਲ ਸਨ। ਹੁਣ ਇਹਦੇ ਵਿੱਚ ਜਿਨ੍ਹਾਂ ਨੇ ਪੱਟਾਂ ਉੱਤੇ ਰੱਖ ਕੇ ਲੇਟ ਨਾਈਟ ਤੱਕ ਇਹ ਚੀਜ਼ਾਂ ਕਰ ਰਹੇ ਸਨ, ਉਹਨਾਂ ਵਿੱਚ ਇਹ ਸਨ 2020 ਦੀ ਖੋਜ ਜੇ, ਕੋਈ ਪੁਰਾਣੀ ਨਹੀਂ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇਹਨਾਂ ਦੀ ਲੰਮੇ ਸਮੇਂ ਤੱਕ ਵਰਤੋਂ, ਯਾਨੀ ਤੁਸੀਂ 4-4 ਘੰਟੇ ਬਹਿ ਕੇ ਇਹ ਸਵੇਰੇ ਕਹਿਤਾ ਸੀ ਤਾਂ ਜੀ ਸਾਰਾ ਕੰਮ ਮੁਕਾਇਆ, ਰਾਤ ਭਰ ਬਹਿ ਕੇ ਲੱਗੇ ਰਹੇ, ਤਾਂ ਉਹਨਾਂ ਦੇ ਜਦੋਂ ਇਹ ਸ਼ੁਕਰਾਣੂ ਜਾਂ ਵੀਰਜ ਦਾ ਟੈਸਟ ਕੀਤਾ ਗਿਆ ਤਾਂ ਇਹ ਸਪਸ਼ਟ ਹੋ ਗਿਆ ਕਿ ਉਹਨਾਂ ਦੇ ਇਹ ਸਮਾਰਟਫੋਨਾਂ ਦੀ ਜਾਂ ਲੈਪਟਾਪ ਦੀ ਵਰਤੋਂ ਨਾਲ ਉਹਨਾਂ ਦੀ ਜਿਹੜੀ ਸ਼ਾਰਟ ਵੇਵਲੈਂਥ ਲਾਈਟ ਨਿਕਲੀ ਸੀ, ਉਸ ਸਦਕਾ ਇਹਨਾਂ ਦੇ ਜੋ ਹਲਕੀ ਨੀਲੀ ਜੀ ਲਾਈਟ ਨਿਕਲ ਰਹੀ ਸੀ ਇਹਦੇ 'ਚ, ਉਹਨੇ ਲਗਾਤਾਰ ਅਸਰ ਕਰਕੇ ਨਾ ਸਿਰਫ ਇਹਨਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਘਟਾਈ, ਵੀਰਜ ਦਾ ਅਮਾਉਂਟ ਘਟਾਇਆ, ਸੋ ਉਸ ਸਦਕਾ ਇਹਨਾਂ ਦੀ ਕੈਪੈਸਿਟੀ ਹੌਲੀ-ਹੌਲੀ ਘਟਣ ਲੱਗ ਗਈ ਸੀ, ਯਾਨੀ ਉਹਨਾਂ ਨੂੰ ਹੌਲੀ-ਹੌਲੀ ਇਨਫਰਟਾਈਲ ਕਰਨ ਵੱਲ ਤੁਰ ਪਈ ਹੋਈ ਸੀ, ਜੋ ਕਿ ਵੇਲੇ ਸਿਰ ਉਹਨੂੰ ਸਿਰਫ ਚੁੱਕ ਕੇ ਪਰਾਂ ਰੱਖਣ ਨਾਲ ਜਾਂ ਇੱਕ ਟੇਬਲ ਟਾਪ ਦੇ ਉੱਤੇ ਰੱਖਣ ਨਾਲ
ਤੁਸੀਂ ਇਸ ਚੀਜ਼ ਤੋਂ ਬਚ ਸਕਦੇ ਹੋ। ਉਹਨੂੰ ਬੰਦ ਕਰਨ ਦੇ ਬਾਅਦ ਟੋਟਲ ਰਿਕਵਰੀ ਵੇਖੀ ਗਈ ਹੈ। ਸਮਝ ਸਕਦੇ ਹੋ ਕਿੰਨੀ ਅਹਿਮ ਗੱਲ ਹੈ। ਕਿ ਨਾ ਪਤਾ ਹੋਣ ਕਾਰਨ ਸਾਡਾ ਕੋਈ ਵੀ ਬੱਚਾ 15 ਵਰਿਆਂ ਦਾ ਜਦ ਨੂੰ ਉਹ ਜਵਾਨ ਹੋ ਕੇ ਵਿਆਹ ਹੋਣ ਜੋਗਾ ਹੋਣਾ, ਉਹ ਟੋਟਲੀ ਇਨਫਰਟਾਈਲ ਹੋਇਆ ਹੋਵੇ ਸਿਰਫ ਇਸ ਕਾਰਨ ਕਿ ਪਤਾ ਹੀ ਨਹੀਂ, ਤਾਂ ਸਮਝ ਸਕਦੇ ਹੋ ਕਿੰਨੀ ਅਹਿਮ ਗੱਲ ਹੈ। ਸਿਰਫ ਇੱਕ ਪੱਟਾਂ ਤੇ ਨਾ ਰੱਖਣ ਨਾਲ ਤੁਸੀਂ ਉਹਨੂੰ ਪ੍ਰੋਪਰ ਟੇਬਲ, ਇੱਕ ਜੋ ਕਿ ਅੱਜ ਕੱਲ ਬਹੁਤ ਸਾਰੇ ਵੈਰਾਈਟੀਜ਼ ਨੇ, ਤੁਸੀਂ ਬੈੱਡ ਤੇ ਬੈਠਣ ਲਈ ਟੇਬਲਸ ਅਵੇਲੇਬਲ ਨੇ। ਸੋ ਇਹ ਖੋਜ ਸੀ ਜਿਹੜੀ ਜ਼ਰੂਰੀ ਸੀ ਤੁਹਾਡੇ ਨਾਲ ਸਾਂਝੀ ਕਰਨੀ, ਕਿ ਜੇ ਕੋਈ ਅਸੀਂ 2 ਵੀ ਬੱਚੇ ਇਸ ਤਰੀਕੇ ਅੱਜ ਦੇ ਪ੍ਰੋਗਰਾਮ ਰਾਹੀਂ ਬਚਾ ਸਕੀਏ ਤਾਂ ਮੈਨੂੰ ਲੱਗਦਾ ਸਾਡਾ ਪ੍ਰੋਗਰਾਮ ਸਫਲ ਹੋ ਗਿਆ। ਬਿਲਕੁਲ ਇੰਝ ਹੀ ਹੁਣ ਇਹਦੇ ਉੱਤੇ ਕੀ ਹੋਇਆ, ਜਦੋਂ ਇਹ ਸਾਰੇ ਮੁੰਡਿਆਂ ਜਾਂ ਮਰਦਾਂ ਤੇ ਕੀਤੀ ਗਈ ਸੀ, ਸਿਮਿਲਰ ਸਟੱਡੀ ਫਿਰ ਔਰਤਾਂ ਤੇ ਕੀਤੀ ਗਈ। ਹੁਣ ਇੰਟਰਸਟਿੰਗ ਚੀਜ਼ ਦੇਖੋ ਕਿ ਹਾਲਾਂਕਿ ਇਹ ਚੀਜ਼ ਪਹਿਲੀ ਵਾਰ ਖੋਜ ਹੋਈ ਜੇ ਅਜੇ ਤੱਕ ਇਹ ਹੋਈ ਨਹੀਂ ਸੀ। ਉਹ ਖੋਜ ਦੇ ਹੁਣ ਦਿਸਿਆ ਕਿ ਜਿਹੜੀਆਂ ਬੇਟੀਆਂ ਛੋਟੀ ਉਮਰ ਦੀਆਂ ਜਾਂ ਔਰਤਾਂ ਵੀ ਇਹੋ ਕੁਝ ਕਰ ਰਹੀਆਂ ਸਨ, ਜੋ ਕਿ ਘੱਟ ਗਿਣਤੀ ਲੱਭੀਆਂ। ਯਾਨੀ ਸਟੱਡੀ ਹਾਈ ਲੈਵਲ ਦੀ ਸੀ, ਉਨੀ ਵੱਡੀ ਪੱਧਰ ਤੇ ਜਵਾਨ ਔਰਤਾਂ ਨਹੀਂ ਲੱਭੀਆਂ, ਪਰ ਬੇਟੀਆਂ ਕਾਫੀ ਸਨ ਜੋ ਕਰ ਰਹੀਆਂ ਸਨ। ਉਹਦੇ ਵਿੱਚ ਉਹਨਾਂ ਦੀ ਰਿਪੋਰਟ ਕੀ ਦੱਸਦੀ ਜੇ, ਵਾਇਰਲੈਸ ਕੰਪਿਊਟਰ, ਲੈਪਟਾਪ, ਸਮਾਰਟਫੋਨ ਜਦੋਂ ਵੀ ਇਹਨਾਂ ਦੇ ਬੇਟੀਆਂ ਦੇ ਉੱਤੇ ਕੀਤਾ ਚੈੱਕ ਹੋਇਆ ਤਾਂ ਉਹਨਾਂ ਦੇ ਅੰਡਕੋਸ਼ ਦੇ ਅਸਰ ਹੋ ਕੇ ਉਹਨਾਂ ਦੇ ਡੀਐਨਏ ਦੇ ਵਿੱਚ ਬ੍ਰੇਕ ਹੋਈ ਵੀ ਦਿੱਤੀ, ਜੋ ਕਿ ਬਹੁਤ ਜ਼ਿਆਦਾ ਅਹਿਮ ਗੱਲ ਹੈ। ਤੁਸੀਂ ਮਤਲਬ ਸਮਝ ਰਹੇ ਹੋ ਡੀਐਨਏ ਵਿੱਚ ਤਬਦੀਲੀ ਦਾ ਮਤਲਬ ਹੈ ਜਾਂ ਤਾਂ ਪੂਰੀ ਤਰ੍ਹਾਂ ਬਾਂਝਪਨ ਹੋ ਜਾਏਗਾ, ਤਾਂ ਜੇ ਬੱਚੇ ਵੀ ਹੋਣਗੇ ਤਾਂ ਐਬਨੋਰਮਲ ਹੋਣ ਦਾ ਖਤਰਾ ਵੱਧ ਜਾਂਦਾ ਜੇ, ਕਿਉਂਕਿ ਉਹ ਸਹੀ ਡੀਐਨਏ ਉਹਨਾਂ ਤੱਕ ਪਹੁੰਚਿਆ ਨਹੀਂ। ਸੋ ਇਹ ਅਹਿਮ ਗੱਲ ਸੀ। ਜਿਹਦੇ ਨਾਲੋਂ ਨਾਲ ਇੱਕ ਹੋਰ ਵੀ ਚੀਜ਼ ਨਜ਼ਰ ਆਈ ਕਿ ਇਹ ਜੋ ਸ਼ਾਰਟ ਵੇਵਲੈਂਥ ਮੈਂ ਗੱਲ ਕੀਤੀ ਸੀ ਲਾਈਟ ਦੀ, ਇਹਦੇ ਨਾਲ ਅਸਲ ਵਿੱਚ ਸਾਡੇ ਇੱਕ ਸੌਣ ਲਈ ਮੈਲਾਟੋਨਿਨ ਹਾਰਮੋਨ ਨਿਕਲਦਾ, ਕੁਦਰਤੀ ਘੜੀ ਲੱਗੀ ਹੈ ਸਾਡੇ ਸਰੀਰ 'ਚ ਜੀ। ਇਹ ਵੇਵਲੈਂਥ ਉਸ 'ਚ ਗੜਬੜ ਕਰਦੀ ਜੇ, ਯਾਨੀ ਤੁਹਾਨੂੰ ਪ੍ਰੋਪਰ ਨੀਂਦਰ ਦਾ ਸਿਸਟਮ ਤੁਹਾਡਾ ਗੜਬੜੀ ਕਰ ਦਿੰਦੀ ਹੈ, ਜਿਸ ਸਦਕਾ ਸਾਨੂੰ ਨੀਂਦਰ ਵੀ ਠੀਕ ਨਹੀਂ ਆਉਂਦੀ, ਤੇ ਜਿਹੜਾ ਗਲੈਂਡ ਇਹਨੂੰ ਬਣਾਉਂਦਾ ਉਹਦੇ ਤੇ ਵੀ ਅਸਰ ਪੈਂਦਾ, ਤੇ ਹੌਲੀ ਹੌਲੀ ਸਾਡਾ ਤਣਾਅ ਦਾ ਮੀਟਰ ਵਧਣ ਲੱਗ ਜਾਂਦਾ, ਚਿੜਚਿੜਾਪਨ, ਖਿਝ, ਚੰਗਾ ਰਿਲੇਸ਼ਨ ਨਾ ਬਣਾ ਸਕਣਾ, ਯਾਨੀ ਨਿੱਕੀ ਨਿੱਕੀ ਗੱਲ ਤੇ ਬੇਵਜ੍ਹਾ ਹੀ ਲੜਨ ਲੱਗ ਜਾਣਾ, ਫੋਨ ਤੇ ਹੀ ਭੜਕ ਜਾਣਾ, ਕੋਈ ਰਸਤੇ 'ਚ ਲੰਘਦਾ ਰੋਡ ਰੇਸ ਵਾਲੇ ਪਾਸੇ ਨੂੰ। ਯਾਨੀ ਇਹ ਚੀਜ਼ਾਂ ਸਾਰੀਆਂ ਵੇਖੀਆਂ ਗਈਆਂ ਜਿਹੜੇ ਲੇਟ ਨਾਈਟ ਬੈਠ ਕੇ ਇਸ ਤਰੀਕੇ ਦੀ ਵਰਤੋਂ ਕਰ ਰਹੇ ਸਨ। ਸਮਝ ਰਹੇ ਹੋ ਕਿ ਕਿੰਨਾ ਅਹਿਮ ਕਾਰਨ, ਤੇ ਅਸੀਂ ਸਾਰੇ ਦਾ ਸਾਰਾ ਜ਼ੋਰ ਜਿਹੜਾ ਸ਼ਰਾਬ ਤੇ ਨਸ਼ੇ ਦੇ ਉੱਤੇ ਹੀ ਲਾ ਦਿੱਤਾ, ਪਰ ਅਸਲ ਕੀ ਗੱਲ ਸੀ ਜੋ ਸਾਡੀ ਅੱਜ ਦੇ ਮੌਜੂਦਾ ਸਾਡੇ ਜਵਾਨਾਂ ਨੂੰ ਕਿਸ ਪਾਸੇ ਤੋਰ ਰਹੀ ਹੈ। ਸਿਰਫ ਹੀ ਦੇਖੋ ਮੇਜ਼ ਉੱਤੇ ਜੇ ਬੈਠ ਕੇ ਜਾਂ ਟੇਬਲ ਟਾਪ ਤੇ ਅਤੇ ਜਾਂ ਜੇ ਪੱਟ ਤੇ ਰੱਖਣ ਦੀ ਲੋੜ ਪਈ ਹੈ, ਮੈਂ ਸਿਰਫ ਇੱਕੋ ਹੀ ਗੱਲ ਦੱਸਦੀ ਹਾਂ, 20 ਮਿੰਟਾਂ ਤੋਂ ਉੱਪਰ ਨਾ ਕਦੇ ਵੀ ਰੱਖੋ। ਲੋੜ ਪੈ ਰਹੀ ਹੈ ਵਿੱਚ ਸਰਾਣਾ ਰੱਖ ਲਵੋ ਉਹਦੇ ਉੱਤੇ, ਫਿਰ ਉੱਠ ਜਾਓ, 5 ਮਿੰਟ ਦਾ ਰੈਸਟ ਕਰਕੇ ਆ ਜਾਵੋ, ਫਿਰ ਬੈਠ ਜਾਓ, ਪਰ ਕਦੇ ਵੀ 20 ਮਿੰਟਾਂ ਤੋਂ ਉੱਪਰ ਨਾ ਲੈਪਟਾਪ ਤੁਸੀਂ ਇਸ ਤਰ੍ਹਾਂ ਤੇ ਰੱਖੋ। ਇਹ ਮੈਂ ਦੱਸਦਿਆਂ ਜੇਪੀ ਹਸਪੀਟਲ ਨੋਇਡਾ ਵਿਖੇ ਵੀ, ਸਾਡੇ ਇੱਥੇ ਇੰਡੀਆ 'ਚ ਵੀ, ਮਦਰਾਸ ਵਿੱਚ ਵੀ ਇਹ ਖੋਜਾਂ ਅੱਗੋਂ ਜਾਰੀ ਕਰਕੇ ਸਪਸ਼ਟ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦੀ 2021 ਵਿੱਚ, ਅਜੇ 22 ਹੀ ਚੱਲ ਰਿਹਾ ਹੈ, 21 ਵਿੱਚ ਇਹ ਫਿਰ ਕਨਫਰਮ ਕੀਤਾ ਗਿਆ ਕਿ ਬਿਲਕੁਲ ਸਹੀ ਹੈ। ਇਹੀ ਖੋਜ ਹਰ ਥਾਂ ਤੇ ਸਹੀ ਸਾਬਤ ਹੋ ਰਹੀ ਹੈ। ਹੁਣ ਇਹਨਾਂ ਤੋਂ ਇਲਾਵਾ ਕੁਝ ਕਾਰਨ ਜੇ ਇਜਾਜ਼ਤ ਦਿਓ ਦੱਸਣਾ ਚਾਹਾਂਗੀ। ਜੀ ਜੀ ਜੀ, ਜਾਰੀ ਰੱਖੋ। ਜਿਵੇਂ ਮੈਂ ਦੱਸਿਆ ਸੀ, ਸ਼ਰਾਬ ਤੇ ਨਸ਼ਾ ਇਹ ਤੇ ਮੰਨੇ ਪਰਮੰਨੇ ਗੱਲ ਨੇ, ਪਰ ਉਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਆਈ ਹੈ, ਮੋਟਾਪਾ। ਸ਼ਾਇਦ ਸਾਡੇ ਅੰਦਾਜ਼ਾ ਵੀ ਨਹੀਂ ਸੀ, ਜਿਸ ਤਰੀਕੇ ਸਾਡਾ ਮੈਟਾਬੋਲਿਕ ਸਿੰਡਰੋਮ ਵਧੀ ਜਾ ਰਿਹਾ ਹੈ, ਯਾਨੀ ਸਾਡੇ ਪੇਟ ਦੇ ਆਲੇ ਦੁਆਲੇ ਦਾ ਮੋਟਾਪਾ, ਸਾਡੀ ਜਿਹੜੀ ਸਾਨੂੰ ਸ਼ਰਾਬ ਵਾਧੂ ਪੀਣ ਨਾਲ ਜਾਂ ਕਸਰਤ ਨਾ ਕਰਨ ਨਾਲ। ਅਹਿਮ ਚੀਜ਼ ਜੇ ਮੈਂ ਦੱਸਦਿਆਂ, ਸਾਡੇ ਇਸ ਵੇਲੇ ਜੋ ਫਿਗਰਸ ਦੱਸ ਰਹੇ ਨੇ, ਆਲ ਇੰਡੀਆ ਇੰਸਟੀਚਿਊਟ ਦੀ ਵੀ ਖੋਜ ਆ ਗਈ ਕਿ ਹਰ ਸਾਲ 2% ਸਾਡੀਆਂ ਮੌਤ ਦਰ ਜਵਾਨਾਂ ਦੇ ਵਿੱਚ ਵੱਧ ਰਹੀ ਹੈ। ਕਾਰਨ ਸਿਰਫ ਇਹ ਕਿ ਕਸਰਤ ਨਾ ਕਰਨੀ। ਤੁਸੀਂ ਸਮਝ ਲਓ ਕਿੰਨੀ ਅਹਿਮ ਗੱਲ ਹੈ। ਕਸਰਤ ਨਾ ਕਰਨ ਨਾਲ ਸਾਡੇ ਜੋ ਸਰੀਰਕ ਅੰਦਰੋਂ ਤਬਦੀਲੀਆਂ ਆਉਂਦੀਆਂ ਨੇ, ਉਹ ਸਾਨੂੰ ਛੇਤੀ ਮੌਤ ਦੇ ਮੂੰਹ ਵੱਲ ਧੱਕ ਦਿੰਦੀਆਂ ਨੇ, ਤੇ ਇਹ ਤਾਂ ਗੱਲ ਹੀ ਕੀ ਹੈ, ਸ਼ੁਕਰਾਣੂ ਤਾਂ ਕਿੱਥੇ ਰਹਿ ਜਾਣੇ ਨੇ। ਸੋ ਕਸਰਤ ਨਾ ਕਰਨੀ, ਜਾਂ ਉਸ ਤੋਂ ਇਲਾਵਾ
ਕੁਝ ਜਮਾਂਦਰੂ ਜੀਨ ਆਧਾਰਿਤ ਰੋਗ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਇਹ ਸ਼ੁਕਰਾਣੂ ਘੱਟ ਹੋ ਜਾਂਦੇ ਨੇ ਜਾਂ ਫਿਰ ਕੀਟਾਣੂਆਂ ਦਾ ਹਮਲਾ ਜਿਸ ਦਾ 100% ਇਲਾਜ ਹੋ ਸਕਦਾ ਹੈ। ਉਹ ਨਾ ਪਤਾ ਹੋਣ ਕਾਰਨ ਓੜ-ਪੋੜ ਕਰਦੇ ਆ, ਜੜੀਆਂ-ਬੂਟੀਆਂ ਲੈਂਦੇ ਆ ਤੇ ਅਸੀਂ ਉਹ ਹਮੇਸ਼ਾ ਲਈ ਯਾਨੀ ਖਤਮ ਕਰ ਲੈਂਦੇ ਹਾਂ ਆਪਣੇ ਆਪ ਨੂੰ, ਇਨਫਰਟਾਈਲ ਬਣਾ ਲੈਂਦੇ ਹਾਂ, ਜੋ ਕਿ 10 ਦਿਨ ਦੀ ਦਵਾਈ ਨਾਲ ਸਿਰਫ ਐਂਟੀਬਾਇਓਟਿਕ ਖਾਣ ਨਾਲ ਠੀਕ ਹੋ ਜਾਣੇ ਹੁੰਦੇ ਨੇ। ਬਿਲਕੁਲ ਇੰਝ ਹੀ ਕੁਝ ਯਾਨੀ ਬੱਚੇਦਾਨੀ ਦੀਆਂ ਰਸੌਲੀਆਂ ਜੇ ਔਰਤ ਵਿੱਚ ਆਈਏ ਗੱਲ ਕਰਨ ਜਾਂ ਬੱਚੇਦਾਨੀ ਦਾ ਨੁਕਸ ਜਮਾਂਦਰੂ ਕਈ ਹੁੰਦੇ ਨੇ। ਹੁਣ ਉਹਨਾਂ ਦੀ ਸਿੰਪਲ ਜੀ ਗੱਲ ਹੈ, ਤੁਸੀਂ ਰਸੌਲੀਆਂ ਕਢਾਉਣੀਆਂ ਜੇ ਠੀਕ ਹੋ ਜਾਣਾ, ਪਰ ਇਹ ਓੜ-ਪੋੜ ਕਰਦਿਆਂ ਕਈ ਵਾਰ ਉਹ ਰਸੌਲੀਆਂ ਕੈਂਸਰ 'ਚ ਵੀ ਤਬਦੀਲ ਹੋ ਜਾਂਦੀਆਂ, ਮੌਤ ਹੋ ਜਾਂਦੀ ਹੈ, ਪਰ ਅਸੀਂ ਸਹੀ ਇਲਾਜ ਨਹੀਂ ਕਰਵਾਉਂਦੇ। ਸੋ ਪਹਿਲੀ ਤੇ ਮੇਰੀ ਬੇਨਤੀ ਇਹੀ ਰਹਿਣੀ ਹੈ, ਰੱਬ ਦਾ ਵਾਸਤਾ ਜੇ ਸਿਰਫ ਓੜ-ਪੋੜ ਜੜੀਆਂ-ਬੂਟੀਆਂ ਤੋਂ ਥੋੜ੍ਹਾ ਜਿਹਾ ਹਟ ਕੇ ਆਪਾਂ ਇਹ ਪ੍ਰੋਪਰ ਤਰੀਕੇ ਇਲਾਜ ਕਰਵਾ ਲਈਏ ਤਾਂ ਇਨਫਰਟੀਲਿਟੀ ਸੈਂਟਰਾਂ ਤੇ ਵੀ ਜਾਣ ਦੀ ਲੋੜ ਨਹੀਂ ਰਹਿਣੀ, ਉਹ ਲੱਖਾਂ ਰੁਪਏ ਵੀ ਬਚਣਗੇ ਤੇ ਸਹੀ ਇਲਾਜ ਵੀ ਹੋ ਜਾਏਗਾ। ਹੁਣ ਇਹਦੇ 'ਚ ਇੱਕ ਇੰਟਰਸਟਿੰਗ ਚੀਜ਼ ਦੱਸਦੀ ਹਾਂ, ਇਹ ਵੀ ਖੋਜ ਆਧਾਰਿਤ ਜੇ, ਜੋ ਕਿ ਸਾਡੇ ਬੱਚੇ ਜਿਮ ਦੇ ਵਿੱਚ ਜਾਂਦੇ। ਤੁਸੀਂ ਦੇਖਦੇ ਹੋਵੋਗੇ ਬੜੀ ਤਗੜੀ ਬਾਡੀ, ਮਾਂ-ਪਿਓ ਛਾਤੀ ਚੌੜੀ ਕਰਕੇ ਕਹਿੰਦੇ ਨੇ, ਆਹਾਹਾ! ਕਿਆ ਮੇਰਾ ਬੱਚਾ ਤਿਆਰ ਹੋ ਕੇ ਆਇਆ ਜਿਮ 'ਚੋਂ। ਉਹ ਬਾਡੀ ਬਣੀ ਹੋਈ 'ਚ ਐਨਾਬੋਲਿਕ ਸਟੀਰੋਇਡ ਦਿੱਤੇ ਜਾਂਦੇ ਨੇ। ਉਹਨਾਂ ਦੇ ਵਿੱਚ ਯਾਨੀ ਬਾਡੀ ਨੂੰ ਬਣਾਉਣ ਦੇ ਚੱਕਰ 'ਚ ਸਾਡੇ ਨੌਜਵਾਨ ਇਸ ਚੀਜ਼ ਦੀ ਵਰਤੋਂ ਰਾਦਰ ਦੁਰਵਰਤੋਂ ਬਹੁਤ ਜ਼ਿਆਦਾ ਕਰ ਰਹੇ। ਕਈ ਥਾਈਂ ਖਿਮਾ ਕਰਿਓ ਜੋ ਕਿ ਜਿਮ ਟ੍ਰੇਨਰ ਵੀ ਨੇ, ਮੇਰੇ ਆਪ ਵੀ ਨਜ਼ਰੀ ਆਇਆ ਕਿ ਉਹ ਵੀ ਕਈ ਵਾਰ ਇਸ ਗਲਤ ਰਾਹੇ ਬੱਚਿਆਂ ਨੂੰ ਤੋਰ ਦਿੰਦੇ ਨੇ ਕਿ ਤੁਸੀਂ ਇਹ ਲਓ ਤੇ ਛੇਤੀ ਤੁਹਾਡੇ ਬਣ ਜਾਣਗੇ। ਸੋ ਇਹ ਕੇਸ ਮੈਂ ਬਤੌਰ ਇੱਕ ਚਾਈਲਡ ਸਪੈਸ਼ਲਿਸਟ ਦੱਸ ਰਹੀ ਹਾਂ, ਸਾਡੇ ਕੋਲ ਆ ਵੀ ਰਹੇ ਨੇ। ਹੁਣ ਇਹਨਾਂ ਵਿੱਚ ਟੈਸਟੋਸਟੇਰੋਨ ਵਾਂਗ ਜਿਵੇਂ ਹੁੰਦਾ ਇਹਦੇ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ। ਕਿਉਂਕਿ ਇਹਦੇ ਵਿੱਚ ਹੁੰਦਾ ਕੀ ਜੇ ਕਿ ਕੁਦਰਤੀ ਤਰੀਕੇ ਜੋ ਬਣਨੇ ਹੁੰਦੇ ਨੇ ਉਹ ਬਣਨੇ ਬੰਦ ਹੋ ਜਾਂਦੇ ਨੇ ਕਿ ਬਾਹਰੋਂ ਐਨਾਬੋਲਿਕ ਸਟੀਰੋਇਡ ਆਏ, ਉਹਨਾਂ ਨੇ ਸਿਸਟਮ ਬੰਦ ਕਰ ਦਿੱਤਾ। ਪਰ ਇਹਦੇ ਵਿੱਚ ਮੈਂ ਖਾਸ ਤੌਰ ਤੇ ਦੱਸਦਿਆਂ ਜੇ ਕੋਈ ਅੱਜ ਵੀ ਸੁਣ ਰਿਹਾ ਪ੍ਰੋਗਰਾਮ ਜਾਂ ਜੋ ਲੈ ਰਿਹਾ, ਖਤਰੇ ਦੀ ਕੋਈ ਘੱਟੀ ਨਹੀਂ ਹੈ। ਅਸੀਂ ਵਕਤ ਸਿਰ ਤੁਹਾਨੂੰ ਦੱਸ ਰਹੇ ਹਾਂ ਕਿ ਅੱਜ ਵੀ ਬੰਦ ਕਰ ਦਿਓ ਤਾਂ 3 ਤੋਂ 12 ਮਹੀਨੇ ਦੇ ਅੰਦਰ ਅੰਦਰ ਤੁਸੀਂ ਪਰਫੈਕਟਲੀ ਨਾਰਮਲ ਹੋ ਜਾਓਗੇ। ਕਿਸੇ ਕਿਸਮ ਦੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ। ਕੁਦਰਤੀ ਕਸਰਤ ਕਰੋ, ਤੁਸੀਂ ਜੋਗਿੰਗ ਕਰੋ, ਰਨਿੰਗ ਕਰੋ, ਸਵਿਮਿੰਗ ਕਰੋ, ਸਾਈਕਲਿੰਗ ਕਰੋ। ਐਨਾਬੋਲਿਕ ਸਟੀਰੋਇਡ ਸਿਰਫ ਬੰਦ ਕਰਨੇ ਜੇ, ਡਾਕਟਰੀ ਗੇੜੇ ਨਾ ਕੱਢਿਓ, ਕੋਈ ਪੈਸਾ ਲਾਉਣ ਦੀ ਲੋੜ ਨਹੀਂ। 3 ਤੋਂ 12 ਮਹੀਨੇ ਦੇ ਅੰਦਰ ਅੰਦਰ ਤੁਸੀਂ ਬਿਲਕੁਲ ਨਾਰਮਲ ਹੋਵੋਗੇ। ਅੱਜ ਦੇ ਦਿਨ ਹੋ ਸਕਦਾ ਤੁਹਾਨੂੰ ਅੰਦਾਜ਼ਾ ਵੀ ਨਾ ਹੋਵੇ ਕਿ ਮੇਰੇ ਸ਼ੁਕਰਾਣੂਆਂ ਦੀ ਗਿਣਤੀ ਘਟ ਰਹੀ ਹੈ, ਪਰ ਜੇ ਇਹ ਲਗਾਤਾਰ ਜਾਰੀ ਰੱਖੋਗੇ, ਗੁਰਦੇ ਵੀ ਉੜਨਗੇ, ਜਿਗਰ ਵੀ ਉੜੇਗਾ, ਬਹੁਤ ਕੁਝ ਹੋਰ ਹੋਏਗਾ। ਮੌਤ ਵੀ ਹੋ ਸਕਦੀ ਜੇ, ਜੋ ਕਿ ਆਪਾਂ ਦੇਖਦੇ ਹਾਂ, ਕਹਿੰਦੇ ਹਾਂ ਬਹੁਤ ਸੋਹਣੀ ਬਾਡੀ ਬਣਾਈ ਸੀ, ਪਰ ਇਹ ਕੀ ਹੋਇਆ, ਇੱਕਦਮ ਮਰ ਗਿਆ ਬੰਦਾ, ਚੰਗਾ ਭਲਾ ਸਿਹਤਮੰਦ ਸੀ। ਇਹ ਇਹੀ ਚੀਜ਼ ਜੀ। ਮੈਂ ਇੱਥੇ ਸਵਾਲ ਕਰਨ ਲੱਗਾ ਸੀ ਕਿ ਜਿਹੜੇ ਨੌਜਵਾਨ ਨੇ ਜਾਂ ਮਰਦ ਨੇ ਉਹਨਾਂ ਬਾਰੇ ਤੁਸੀਂ ਬਹੁਤ ਡਿਟੇਲ ਦੇ ਵਿੱਚ ਦੱਸਿਆ ਤੇ ਮੈਂ ਚਾਹਾਂਗਾ ਹੁਣ ਆਪਾਂ ਔਰਤਾਂ ਦੀ ਗੱਲ ਕਰੀਏ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ, ਕਿਉਂਕਿ ਬਾਹਰ ਦਾ ਜੰਕ ਫੂਡ ਖਾਣਾ ਜਾਂ ਫਿਰ ਮੋਟਾਪਾ ਆਉਣਾ ਜਾਂ ਫਿਰ ਹੋਰ ਨਿੱਕੇ-ਮੋਟੇ ਕੋਈ ਨਾ ਕੋਈ ਰੋਗ ਲੱਗੇ ਹੀ ਰਹਿੰਦੇ ਨੇ ਜਾਂ ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਐਂਟੀਬਾਇਓਟਿਕ ਲੈਣਾ, ਮਾੜਾ ਜਿਹਾ ਕੁਝ ਸਿਰ ਪੀੜ ਹੋਇਆ ਤੇ ਲਓ ਪੈਰਾਸੀਟਾਮੋਲ ਜਾਂ ਹੋਰ ਕੋਈ ਗੋਲੀ, ਕਦੇ ਡੋਲੋ ਖਾ ਲਈ, ਮਤਲਬ ਕਿ ਇਸ ਤਰੀਕੇ ਨਾਲ ਵੀ ਤਾਂ ਕਈ ਵਾਰੀ ਸਰੀਰ ਦੇ ਉੱਤੇ ਇਫੈਕਟ ਪੈਂਦਾ ਹੈ ਇਸ ਚੀਜ਼ ਦਾ। ਬਿਲਕੁਲ ਪੈਂਦਾ ਜੇ। ਮੈਂ 2-3 ਕਾਰਨ ਤੁਹਾਡੇ ਔਰਤਾਂ ਦੇ ਜਾਣ ਤੋਂ ਪਹਿਲਾਂ ਕੁਛ ਕਾਰਨ ਮਰਦਾਂ ਬਾਰੇ ਜ਼ਰੂਰ ਦੱਸਣੇ ਚਾਹੁੰਦੀ ਹਾਂ। ਸ਼ਾਇਦ ਉਹ ਸਾਡੇ ਧਿਆਨ ਹੀ ਤੇ ਨਾ ਹੋਵੇ ਵੀ ਆਹ ਵੀ ਗੋਲੀ ਅਸੀਂ ਜਿਹੜੀ ਖਾਧੀ ਸਾਨੂੰ ਇਹ ਨੁਕਸਾਨ ਕਰ ਦਿੰਦੀ ਹੈ। ਫਿਰ ਆਪਾਂ ਡਿਟੇਲਡ ਔਰਤਾਂ ਦੀ ਵੀ ਗੱਲ ਕਰਦੇ ਹਾਂ। ਇੱਕ ਤਾਂ ਜਿਵੇਂ ਜਿਵੇਂ ਸ਼ਰਾਬ ਵਾਂਗ ਸਿਗਰਟ ਤੇ ਬੀੜੀ ਵੀ ਅਸਰ ਕਰਦੀ ਜੇ। ਕੁਝ ਥਾਂ ਧਿਆਨ ਕਰ ਲਿਓ, ਟੈਸਟੋਸਟੇਰੋਨ ਦੀਆਂ ਗੋਲੀਆਂ ਖਾਧੀਆਂ ਜਾ ਰਹੀਆਂ ਨੇ ਮਰਦਾਨਾ ਤਾਕਤ ਵਧਾਉਣ ਲਈ। ਪਲੀਜ਼ ਰੱਬ ਦਾ ਵਾਸਤਾ ਨਾ ਦਿਓ। ਤੁਹਾਡੇ ਨੈਚੁਰਲ ਇਹ ਵੀ ਕੁਦਰਤੀ ਸ਼ੁਕਰਾਣੂਆਂ ਨੂੰ ਮਾਰ ਕਰਦੇ ਨੇ। ਇਹਨਾਂ ਨੂੰ ਵੀ ਬੰਦ ਕਰ ਦਿਓਗੇ 6 ਤੋਂ 12 ਮਹੀਨਿਆਂ ਦੇ ਅੰਦਰ ਅੰਦਰ ਬਿਲਕੁਲ ਠੀਕ ਹੋ ਸਕਦੇ ਹੋ। ਪਰ ਕੁਝ ਚੀਜ਼ਾਂ ਜਿਹੜੀਆਂ ਦੱਸਣੀਆਂ ਜ਼ਰੂਰੀ ਨੇ। ਫਿਨੈਸਟੀਰੋਇਡ ਹੁੰਦੀ ਜੇ ਆਮ ਜੋ ਗਦੂਦ ਦੇ ਵਧਣ ਨਾਲ ਗੋਲੀਆਂ ਖਾ ਰਹੇ ਨੇ। ਇਹਦਾ ਸਾਈਡ ਇਫੈਕਟ ਹੀ ਹੁੰਦਾ ਜੇ ਕਿ ਇਹ ਸ਼ੁਕਰਾਣੂਆਂ ਦੀਆਂ ਦੀ ਮਾਤਰਾ ਘਟਾ ਦਿੰਦੀਆਂ ਨੇ। ਉਹਦੇ ਲਈ ਫਿਰ ਦੁਬਾਰਾ ਨਾ ਦੌੜਦੇ ਫਿਰਦੇ ਜਾਇਓ ਕਿਤੇ ਵੀ ਤੁਸੀਂ ਇਨਫਰਟੀਲਿਟੀ ਸੈਂਟਰਾਂ ਤੇ।
ਇਹ ਇਹਨਾਂ ਨਾਲ ਵੀਰਜ ਵੀ ਘੱਟ ਹੋ ਜਾਂਦਾ ਹੈ। ਕਈ ਵਾਰ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਵੀ ਯਾਨੀ ਤੁਸੀਂ ਈਵਨ ਸਰੀਰਕ ਸੰਬੰਧ ਬਣਾਉਣ 'ਚ ਵੀ ਦਿੱਕਤ ਆ ਸਕਦੀ ਹੁੰਦੀ ਜੇ। ਤੋ ਇਹ ਵੀ ਜਦੋਂ ਵੀ ਤੁਸੀਂ ਬੰਦ ਕਰੋਗੇ ਤੁਸੀਂ ਟੋਟਲ ਰਿਕਵਰੀ ਵੱਲ ਜਾ ਸਕਦੇ ਹੋ। ਇਹਦੇ ਨਾਲ ਹੀ ਇੱਕ ਪਿਸ਼ਾਬ ਦਾ ਰੋਕਾ ਪੈਂਦਾ, ਅਲਫਾ ਬਲੋਕਰ ਦਵਾਈ ਦਿੱਤੀ ਜਾਂਦੀ ਹੈ, ਉਹਨਾਂ ਨੂੰ ਵੀ ਇਹ ਦਿੱਕਤ ਹੁੰਦੀ ਹੈ। ਪਰ ਇੰਟਰਸਟਿੰਗ ਚੀਜ਼ ਦੱਸਣ ਲੱਗੀ ਹਾਂ, ਬਹੁਤ ਜ਼ਿਆਦਾ ਸਟ੍ਰੈਸ ਰਿਲੀਵਰਸ ਸਾਡੇ ਖਾ ਰਹੇ ਨੇ ਇਸ ਵੇਲੇ, ਜਿਹੜੇ ਕਿ ਕੰਮ ਦੇ ਤਣਾਅ ਕਾਰਨ ਜਾਂ ਇਸ ਕਾਰਨ ਤੇ ਵੀ ਮੈਂ ਨਾਰਮਲ ਹੋ ਜਾਵਾਂ, ਸਗੋਂ ਮੈਨੂੰ ਸ਼ਾਇਦ ਇਲੇਸ਼ਨ ਫੀਲ ਹੋਵੇ, ਮੈਂ ਠੀਕ ਮਹਿਸੂਸ ਕਰਾਂਗਾ, ਉਹ ਸਗੋਂ ਪੁੱਠਾ ਕੰਮ ਕਰਦੀ ਜੇ। ਉਹ ਸ਼ੁਕਰਾਣੂ ਘਟਾ ਦਿੰਦੀਆਂ ਜੇ, ਸਗੋਂ ਟੈਂਦੀ ਕਲਾ ਦੀਆਂ ਜੇ ਤੁਸੀਂ ਗੋਲੀਆਂ ਖਾਂਦੇ ਹੋ। ਇੱਕ ਹੋਰ ਅਹਿਮ ਉੱਲੀ ਲੱਗ ਜਾਂਦੀ ਹੈ ਨਾ, ਆਪਾਂ ਕੀਟਾਕੋਨਾਜ਼ੋਲ ਆਮ ਵਰਤੋਂ 'ਚ ਲੈ ਰਹੇ ਨੇ ਇੰਨਾ ਹੀ ਜ਼ਿਆਦਾ ਕਿ ਕੈਮਿਸਟ ਤੋਂ ਲੈ ਕੇ ਵੀ ਆ ਚਮੜੀ ਦੀ ਉੱਲੀ, ਵਾਲਾਂ 'ਚ ਲੱਗ ਗਈ, ਪੈਰਾਂ ਦੀਆਂ ਉਂਗਲਾਂ 'ਚ, ਇਹ ਦਵਾ ਦਬ ਲਿਆਓ ਜੀ ਖਾਈ ਜਾਓ। ਹੁਣ ਉਹਦਾ ਵੀ ਦੱਸਦੇ ਆ ਕਿ ਇਹੋ ਜਿਹੀ ਸਿੰਪਲ ਦਵਾਈ ਵੀ ਕੀਟਾਕੋਨਾਜ਼ੋਲ ਦੀ ਗੋਲੀ ਖਾਣ ਨਾਲ ਵੀ, ਜੋ ਕਿ ਉੱਲੀ ਲਈ, ਫੰਗਸ ਲਈ ਤੁਸੀਂ ਲੈਂਦੇ ਹੋ, ਵੀ ਸ਼ੁਕਰਾਣੂ ਘਟਾ ਦਿੰਦੀ ਜੇ। ਤੁਸੀਂ ਇਸੇ ਕਰਕੇ ਆਮ ਗੋਲੀਆਂ ਰੱਬ ਦਾ ਵਾਸਤਾ ਸੋਚ ਸਮਝ ਕੇ ਲਿਆ ਕਰੋ, ਤੇ ਇਹ ਚੀਜ਼ਾਂ ਬੰਦ ਕਰਨ ਨਾਲ ਟੋਟਲ ਰਿਕਵਰੀ ਹੋ ਜਾਂਦੀ ਜੀ। ਕੀਮੋਥੈਰੇਪੀ ਜ਼ਰੂਰ ਇਸੇ ਤਰੀਕੇ ਮਾੜਾ ਅਸਰ ਕਰਦੀ ਜੇ, ਪਰ ਹੁਣ ਇੱਕ ਨਾ ਪੇਟ ਦੀ ਗੈਸ, ਅਲਸਰ ਦੀਆਂ ਦਵਾਈਆਂ ਜਿਵੇਂ ਕੋਲਚੀਸੀਨ, ਜਾਂ ਫਿਰ ਤੁਸੀਂ ਬਲੱਡ ਪ੍ਰੈਸ਼ਰ ਦੀ ਲੈ ਰਹੇ ਹੋ ਕੋਈ ਗੋਲੀਆਂ, ਉਹਨਾਂ ਨਾਲ ਵੀ ਜਿਹੜੀ ਹੈ ਤੁਹਾਡੀ ਇਸ ਵੇਲੇ ਇਹ ਸ਼ੁਕਰਾਣੂਆਂ ਦੀ ਗਿਣਤੀ ਘਟ ਜਾਂਦੀ ਜੇ, ਬਲੱਡ ਪ੍ਰੈਸ਼ਰ ਦੀ ਗੋਲੀ ਨਾਲ ਵੀ। ਇਹੋ ਜਿਹੀ ਮੈਂ ਤੁਹਾਨੂੰ ਸਿੰਪਲ ਚੀਜ਼ਾਂ ਦੱਸਣੀਆਂ ਚਾਹੁੰਦੀ ਸਾਂ। ਹੁਣ ਤੁਸੀਂ ਜੇ ਕਹੋ ਤਾਂ ਇੱਕ ਦੋ ਹੋਰ ਜੇ ਮੈਂ ਦੱਸ ਦਿਆਂ ਇੰਪੋਰਟੈਂਟ ਅਹਿਮ ਬੰਦਿਆਂ ਵਾਸਤੇ, ਫਿਰ ਆਪਾਂ ਬਾਕੀ ਔਰਤਾਂ ਦੀ ਗੱਲ ਕਰਦੇ ਹਾਂ। ਯਾਨੀ ਜਾਰੀ ਕਰ। ਬਚਪਨ ਕੰਨ ਪੇੜੇ ਜੇ ਹੋਏ ਹੋਣ, ਬਹੁਤ ਅਹਿਮ ਕਾਰਨ ਜੇ। ਇਹਦੇ ਨਾਲ ਵੱਡੇ ਹੋਣ ਤੇ ਟੋਟਲੀ ਬੰਦਾ ਸਟਰਾਈਲ ਵੀ ਹੋਇਆ ਲੱਭਿਆ, ਯਾਨੀ ਬਿਲਕੁਲ ਇਨਫਰਟਾਈਲ ਹੋ ਜਾਏਗਾ। ਇਸੇ ਤਰ੍ਹਾਂ ਟੈਸਟਿਸ ਤੇ ਸੱਟ ਵੱਜੀ ਹੋਵੇ, ਇੱਕਦਮ ਟ੍ਰੀਟਮੈਂਟ ਕਰਵਾ ਲੈਣਾ ਚਾਹੀਦਾ ਹੈ। ਜਾਂ ਫਿਰ ਕੀਟਾਣੂ ਉੱਥੇ ਆ ਜਾਂਦੇ ਨੇ, ਹਮਲਾ ਹੋ ਜਾਂਦਾ। ਹਾਰਮੋਨ ਦੀ ਗੜਬੜੀ ਕਈ ਵਾਰ ਬੰਦੇ ਜੋ ਲੈ ਲੈਂਦੇ ਨੇ, ਤੁਸੀਂ ਦੇਖਦੇ ਹੋਗੇ ਛਾਤੀ ਦਾ ਉਭਾਰ ਆ ਜਾਣਾ, ਜਾਂ ਦਾੜੀ ਮੁੱਛਾਂ ਘਟਣ ਲੱਗ ਜਾਣੇ, ਵਾਲ, ਸਾਹ ਦੀ ਤਕਲੀਫ ਹੁੰਦੀ ਰਹਿਣੀ, ਸੁੰਘਣ ਸ਼ਕਤੀ ਘਟਣੀ, ਕੁਝ ਇਹੋ ਜਿਹੇ ਸਿੰਪਟਮਸ ਨੇ, ਤਾਂ ਇਮੀਡੀਏਟਲੀ ਹਾਰਮੋਨਲ ਟ੍ਰੀਟਮੈਂਟ ਲਓ, ਬਿਲਕੁਲ ਠੀਕ ਹੋ ਜਾਓਗੇ। ਹੁਣ ਕਈ ਵਾਰ ਕੀ ਹੁੰਦਾ, ਜੇ ਤੁਸੀਂ ਦੇਖਦੇ ਹੋ ਛੋਟੇ ਬੱਚੇ ਦੇ ਟੈਸਟਿਸ ਤੁਹਾਡੇ ਬਾਹਰ ਨਹੀਂ ਹੁੰਦੀਆਂ, ਉਹ ਨਲਾਂ ਦੇ ਵਿੱਚ ਫਸ ਜਾਂਦੀਆਂ ਨੇ ਜਾਂ ਢਿੱਡ ਅੰਦਰ। ਇਹਨੂੰ ਬਿਲਕੁਲ ਅਣਗਹਿਲੀ ਨਾ ਕਰੋ, ਇਹਦੀ ਇੱਕਦਮ ਆਪਰੇਸ਼ਨ ਕਰਵਾ ਲੈਣਾ ਚਾਹੀਦਾ। ਇੱਕ ਟਾਂਕਾ ਹੀ ਸਿਰਫ ਲੱਗਣਾ ਹੁੰਦਾ, ਤਾਂ ਇਹਦੇ ਨਾਲ ਬੱਚੇ ਦਾ ਪੂਰਨ ਰੂਪ ਵਿੱਚ ਨਾਰਮਲ ਹੋ ਸਕਦਾ, ਵਰਨਾ ਹਮੇਸ਼ਾ ਲਈ ਖਰਾਬ ਹੋ ਸਕਦੀਆਂ। ਪਰ ਕੁਝ ਕਿਸਮ ਦੀ ਜਿਨ੍ਹਾਂ ਨੂੰ ਕਣਕ ਤੋਂ ਐਲਰਜੀ ਹੋਏ, ਜਾਂ ਕੋਈ ਜੋੜਾਂ ਦੇ ਤੁਸੀਂ ਦਰਦਾਂ ਦੀਆਂ ਦਵਾਈਆਂ ਲੈ ਰਹੇ ਹੋ, ਜਾਂ ਇੱਕ ਅਹਿਮ ਚੀਜ਼ ਜਿਸ ਕਾਰਨ ਮੈਂ ਸੌਰੀ ਤੁਹਾਡੇ ਨੂੰ ਟੋਕੀ ਜਾ ਰਹੀ ਸਾਂ, ਅੱਜ ਕੱਲ੍ਹ ਕੀੜੇ ਮਾਰ ਦਵਾਈਆਂ, ਕੀਟਨਾਸ਼ਕ ਨੇ ਜੋ ਸੱਤਿਆਨਾਸ਼ ਸਾਡਾ ਕੀਤਾ। ਜੋ ਆਵਾਜ਼ ਉੱਠੀ ਸੀ ਕਿ ਸਾਡੇ ਪੰਜਾਬੀਆਂ ਵਿੱਚ ਇਸ ਵੇਲੇ ਜਿਸ ਤਰੀਕੇ ਦੇ ਇਹ ਘਟਣ ਲੱਗ ਗਏ ਨੇ ਸ਼ੁਕਰਾਣੂ, ਇੱਕ ਅਹਿਮ ਕਾਰਨ ਲੱਭਿਆ ਗਿਆ, ਜੋ ਰੀਸੈਂਟ ਰਿਸਰਚ ਮੈਂ 2022 ਜਨਵਰੀ ਦੀ ਦੱਸ ਰਹੀ ਹਾਂ, ਕਿ ਕੀਟਨਾਸ਼ਕਾਂ ਦੀ ਵਾਧੂ ਸਪਰੇ। ਜਿਹੜੇ ਸੋਚਦੇ ਨੇ ਕਿ ਸਾਨੂੰ ਵਕਤੀ ਫਾਇਦਾ ਮਿਲ ਰਿਹਾ, ਅਸੀਂ ਆਪਣੇ ਲਈ ਵੱਖ ਬੀਜ ਲਿਆ, ਬਾਕੀ ਥਾਂ ਤੇ ਛਿੜਕਾਅ ਕਰ ਦਿੱਤਾ, ਤਾਂ ਕੁਦਰਤ ਦੇਖੋ ਉਹਨਾਂ ਦੀ ਪੁਸ਼ਤ ਹੀ ਨਿਸਤਾ ਨਬੂਦ ਕਰ ਦਿੰਦੀ ਹੈ ਕਿ ਤੁਸੀਂ ਅੱਗੋਂ ਬੱਚੇ ਜੰਮਣ ਜੋਗੇ ਹੀ ਨਹੀਂ ਰਹਿਣਾ। ਰੱਬ ਦਾ ਵਾਸਤਾ ਇਸ ਸਪਰੇਆਂ ਤੋਂ ਥੋੜਾ ਜਿਹਾ ਆਪਾਂ ਬਚਾ ਰੱਖੀਏ। ਮੈਨੂੰ ਇਹ ਬਹੁਤ ਅਹਿਮ ਕਾਰਨ ਲੱਗ ਰਿਹਾ ਸੀ, ਜਿਸ ਕਾਰਨ ਮੈਂ ਤੁਹਾਡਾ ਜਵਾਬ ਜੀ। ਦੇਣ ਤੋਂ ਥੋੜਾ ਜਿਹਾ ਲੇਟ ਕੀਤਾ। ਪਰ ਇੱਕ ਹੋਰ ਅੱਜ ਕੱਲ ਤੁਸੀਂ ਦੇਖਦੇ ਹੋਵੋਗੇ ਕਿ ਸ਼ੌਕ ਜੇ ਲੋਕਾਂ ਨੂੰ ਕਿ ਅਸੀਂ ਬਾਥ ਟਬ ਵਿੱਚ ਬੈਠੀਏ, ਗਰਮ ਪਾਣੀ 'ਚ ਬੈਠਣਾ, ਭਾਫ ਲੈਣੀ, ਸਾਡਾ ਰਿਵਾਜ ਬਣ ਗਿਆ ਵੀ ਅਸੀਂ ਇਹ ਆਪਣੇ ਆਪ ਨੂੰ ਸੋਚਦੇ ਹਾਂ ਵੀ ਅਸੀਂ ਥੋੜੇ ਜਿਹੇ ਹਾਈ ਲੈਵਲ ਤੇ ਪਹੁੰਚ ਗਏ ਹਾਂ, ਅਪਰ ਮਿਡਲ ਕਲਾਸ 'ਚ ਅਸੀਂ ਇਹ ਕਰੀਏ ਜਾ ਕੇ। ਮੈਂ ਦੱਸ ਦਿਆਂ ਉਹਦੇ ਵਿੱਚ ਵੀ ਸ਼ੁਕਰਾਣੂਆਂ ਤੇ ਕਾਫੀ ਤਗੜਾ ਨੁਕਸਾਨ ਕਰ ਦਿੰਦੀਆਂ ਨੇ। ਤੋ ਲੰਮੇ ਸਮੇਂ ਤੱਕ ਇਹ ਭਾਫ ਲੈਣੀ ਜਾਂ ਲੰਮੇ ਸਮੇਂ ਤੱਕ ਗਰਮ ਬਾਥ ਟੱਬ ਲੈਣੇ, ਇਹ ਵੀ ਨੁਕਸਾਨ ਕਰਦਾ ਜੇ। ਪਰ ਜਿਹੜੇ ਕਸਰਤ ਸਾਈਕਲਿੰਗ ਕਰ ਰਹੇ ਹੋਣ, ਇਹ ਸਾਬਤ ਹੋਏ ਤੱਥ ਨੇ, ਜੇ ਤੁਸੀਂ ਰੋਜ਼ਾਨਾ 30 ਕਿਲੋਮੀਟਰ ਕਰਕੇ ਆ ਰਹੇ ਹੋ, ਤਾਂ ਉਹ ਕੰਟੀਨਿਊ ਤੁਹਾਡੀ ਜਿਹੜੀ ਟੈਸਟਿਸ ਦੇ ਉੱਪਰ ਜਿਹੜੀ ਨਸ ਲਹੂ ਦੀ ਜਾਂਦੀ ਹੈ, ਪ੍ਰੈਸ਼ਰ ਦੇ ਨਾਲ ਉਹ ਦਬ ਜਾਂਦੀ ਜੇ। ਸੋ ਉਹਦੇ ਨਾਲ ਵੀ ਟੈਸਟਿਸ ਦਾ ਨੁਕਸਾਨ ਹੋ ਸਕਦਾ ਜੇ। ਸੋ 15 ਕਿਲੋਮੀਟਰ ਤੋਂ ਵੱਧ
ਲੰਬੀ ਸਾਈਕਲਿੰਗ ਨਾ ਕੀਤੀ ਜਾਵੇ ਤਾਂ ਸਹੀ ਰਿਹਾ ਜਾ ਸਕਦਾ ਹੈ। ਮੇਰਾ ਖਿਆਲ ਹੁਣ ਆਪਾਂ ਔਰਤਾਂ ਦੀ ਗੱਲ ਜੇ ਚਾਹੋ ਤਾਂ ਜ਼ਰੂਰ ਕਰਨਾ ਚਾਹੁੰਦੇ। ਜੀ ਜੀ ਜੀ, ਔਰਤਾਂ ਦੀ ਗੱਲ ਕਰੋ। ਜੀ, ਔਰਤਾਂ ਵਿੱਚ ਵੀ ਬਾਂਝਪਨ ਜਿਵੇਂ ਆਪਾਂ ਦੱਸ ਕੇ ਹਟੇ ਹਾਂ, ਬਹੁਤ ਅਹਿਮ ਇੱਕ ਹੈ ਕਾਰਨ ਜੋ ਬਣਦਾ ਜਾ ਰਿਹਾ ਹੈ, ਜਿਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਜੇ ਕਿ ਅਸੀਂ ਬਚਪਨ ਵਿੱਚ ਕਿਉਂਕਿ ਬੇਟੀਆਂ ਦਾ ਬਹੁਤਾ ਖਿਆਲ ਇਸ ਪੱਖੋਂ ਰੱਖਿਆ ਨਹੀਂ ਜਾਂਦਾ, ਕਿਸ ਤਰੀਕੇ ਉਹਨਾਂ ਦੀ ਸਾਫ਼ ਸਫਾਈ ਨਾ ਰੱਖਣੀ, ਜਿਸ ਕਾਰਨ ਬੱਚੇਦਾਨੀ ਦੇ ਰਾਹ ਵਿੱਚ ਇਨਫੈਕਸ਼ਨ ਹੋ ਜਾਣੀ, ਜੋ ਕਿ ਓੜ-ਪੋੜ ਨਾਲ ਹੀ ਬਹੁਤ ਘੱਟ ਮਾਤਰਾ 'ਚ ਇਹੋ ਜਿਹੀਆਂ ਮਾਵਾਂ ਪਹੁੰਚਦੀਆਂ ਨੇ ਬੇਟੀ ਨੂੰ ਲੈ ਕੇ, ਵਰਨਾ ਇਹ ਓੜ-ਪੋੜ 'ਚ ਹੀ ਖਤਮ ਕਰ ਦਿੱਤਾ ਜਾਂਦਾ। ਸੋ ਅਹਿਮ ਕਾਰਨ ਜੇ ਜਿਸ ਨਾਲ ਬੱਚੇਦਾਨੀ ਦਾ ਨੁਕਸਾਨ ਹੋ ਸਕਦਾ ਜੇ। ਇੰਝ ਹੀ ਕੁਝ ਜਮਾਂਦਰੂ ਨੁਕਸ ਜਿਨ੍ਹਾਂ ਕਾਰਨ ਕਈ ਵਾਰ ਇਹੋ ਜਿਹਾ ਵੀ ਕੇਸ ਆਉਂਦਾ ਯੂਟਰਸ ਬਣਿਆ ਹੀ ਨਹੀਂ ਹੁੰਦਾ, ਬੱਚੇਦਾਨੀ ਬਣੀ ਹੀ ਨਹੀਂ ਹੁੰਦੀ। ਸੋ ਉਹ ਵੀ ਇੱਕ ਸਾਨੂੰ ਜ਼ਰੂਰੀ ਜੇ ਕਿ ਅਸੀਂ ਉਸ ਹਿਸਾਬ ਨਾਲ ਜੇ ਬੱਚੇ ਦੀ ਗਰੋਥ ਬੇਟੀ ਦੀ ਨਹੀਂ ਹੋ ਰਹੀ ਤਾਂ ਟੈਸਟ ਜ਼ਰੂਰ ਕਰਾਏ ਜਾਣ। ਸਿਮਿਲਰਲੀ ਜੇ ਆਪਾਂ ਬੱਚੇਦਾਨੀ ਦੇ ਵਿੱਚ ਕੋਈ ਨੁਕਸ ਹੈਗਾ ਉਹਦੇ ਨਾਲੋਂ ਨਾਲ ਜਿਵੇਂ ਮੈਂ ਆਪਾਂ ਗੱਲ ਕੀਤੀ ਸੀ ਗਿਲਟੀਆਂ ਹੋਣ ਤਾਂ ਉਹਦੀ ਇਮੀਡੀਏਟ ਟਰੀਟਮੈਂਟ ਕਰਵਾ ਕੇ ਠੀਕ ਕੀਤਾ ਜਾ ਸਕਦਾ ਹੁੰਦਾ। ਉੱਥੇ ਵੀ ਜਿਹੜੀਆਂ ਔਰਤਾਂ ਜ਼ਿਆਦਾ ਨਸ਼ਾ ਜਾਂ ਸ਼ਰਾਬ ਜਾਂ ਸਿਗਰਟ ਦੀ ਵਰਤੋਂ ਵੱਧ ਕਰਨ ਲੱਗ ਜਾਣ ਜਾਂ ਹਾਰਮੋਨਲ ਟਰੀਟਮੈਂਟ ਲੈ ਰਹੀਆਂ ਹੋਣ, ਤਾਂ ਵੀ ਉਹ ਯਾਨੀ ਜੇ ਬੱਚਾ ਨਾ ਹੋਣ ਦੀ ਦਵਾਈ ਲੰਮੇ ਸਮੇਂ ਤੱਕ ਲਈ ਜਾਵੇ, ਫਿਰ ਵੀ ਬਾਂਝਪਨ ਕਈ ਵਾਰ ਹੋਣ ਦੇ ਆਸਾਰ ਹੁੰਦੇ ਨੇ। ਸੋ ਜੇ ਉਸਨੂੰ ਲੈ ਰਹੇ ਹੋ 2-3 ਸਾਲ ਉਹਨੂੰ ਛੱਡਣਾ ਪੈਂਦਾ ਜੀ। ਹੁਣ ਇਸੇ ਤਰ੍ਹਾਂ ਇੱਕ ਬਹੁਤ ਅਹਿਮ ਕਾਰਨ ਮੇਰੇ ਦਿਲ ਦੇ ਕਰੀਬ ਵੀ ਹੈ, ਮੈਂ ਜ਼ਿੰਦਗੀ ਉਸੇ ਚੀਜ਼ ਤੇ ਲਾਈ ਹੈ ਕਿ ਬੇਟੀ ਨਾ ਪੈਦਾ ਕਰ ਜਿਹੜਾ ਬੇਟਾ ਨਾ ਪੈਦਾ ਕਰ ਸਕੇ, ਸੋ ਬੇਟੀਆਂ ਪੈਦਾ ਹੁੰਦੀਆਂ ਹੋਣ ਤਾਂ ਇਹੋ ਜਿਹੇ ਸਾਡੇ ਕੋਲ ਕੇਸ ਬਹੁਤ ਆਏ ਨੇ। ਇੰਟਰਨੈਸ਼ਨਲ ਲੈਵਲ ਤੇ ਵੀ ਇਹਨਾਂ ਨੂੰ ਹਾਈਲਾਈਟ ਕੀਤਾ ਗਿਆ ਕਿ ਕੁਝ ਤਾਂ ਕੇਸ ਨੇ ਜਿਨ੍ਹਾਂ ਦੇ 10-10 ਵਾਰ ਅਬੋਰਸ਼ਨਸ ਕਰਾਈਆਂ ਜਾਂਦੀਆਂ ਕਿ ਬੇਟੀ ਹੈ ਤਾਂ ਬੇਟਾ ਹੋਣ ਵਾਸਤੇ ਜੋ ਹਾਲ ਅਸੀਂ ਕਰ ਛੱਡਿਆ, ਉਸ ਸਦਕਾ ਉਹ ਔਰਤ ਪੱਕੀ ਤੌਰ ਤੇ ਬਾਂਝ ਬਣ ਜਾਂਦੀ ਜੇ ਕਿਉਂਕਿ ਇੰਨੀਆਂ ਅਬੋਰਸ਼ਨਸ ਕਰਾਉਣ ਲਈ ਸਾਡਾ ਸਰੀਰ ਬਣਿਆ ਹੀ ਨਹੀਂ ਹੋਇਆ। ਫਿਰ ਕਈ ਥਾਈਂ ਤਾਂ ਨੂੰਹ ਹੀ ਨਵੀਂ ਲਿਆਈ ਜਾਂਦੀ ਹੈ ਕਿ ਅਸੀਂ ਜੀ ਇਹ ਬੇਟੀ ਜੰਮੀ ਜਾ ਰਹੀ ਹੈ, ਨੁਕਸ ਇਹਦੇ 'ਚ ਹੈ। ਤਾਂ ਇਸ ਪ੍ਰੋਗਰਾਮ ਰਾਹੀਂ ਹੱਥ ਜੋੜ ਕੇ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਔਰਤ ਕੋਲ ਸਿਰਫ 2 ਐਕਸ ਕ੍ਰੋਮੋਸੋਮ ਹੁੰਦੇ ਨੇ, ਯਾਨੀ ਉਹਦੇ ਕੋਲ ਵਾਈ ਕ੍ਰੋਮੋਸੋਮ ਨਹੀਂ ਹੈ ਜੋ ਬੇਟਾ ਪੈਦਾ ਕਰ ਸਕੇ। ਸਿਰਫ ਤੇ ਸਿਰਫ ਮਰਦ ਉੱਤੇ ਜ਼ਿੰਮੇਵਾਰੀ ਦਿੱਤੀ ਹੈ ਕੁਦਰਤ ਨੇ, ਔਰਤ ਕੋਲ ਤੇ ਹਨ ਹੀ 2 ਐਕਸ ਕ੍ਰੋਮੋਸੋਮ। ਜੇ ਵਾਈ ਕ੍ਰੋਮੋਸੋਮ ਮਰਦ ਦਾ ਅੱਗੇ ਆਏਗਾ ਤਾਂ ਹੀ ਬੇਟਾ ਪੈਦਾ ਹੋ ਸਕਦਾ। ਸੋ ਅਸਲ 'ਚ ਜੇ ਕਹਿਣਾ ਚਾਹੋ ਤਾਂ ਨੁਕਸ ਤਾਂ ਮਰਦ ਵਿੱਚ ਹੈ, ਯਾਨੀ ਮੈਂ ਨੁਕਸ ਵੀ ਨਹੀਂ ਗਿਣਦੀ, ਮੈਂ ਤੇ ਗਿਣਦੀ ਹਾਂ ਇਹ ਕੁਦਰਤ ਦਾ, ਪਰਮਾਤਮਾ ਦਾ ਕੁਝ ਢੰਗ ਸਲੀਕਾ ਹੁੰਦਾ ਜੇ ਕਿ ਔਰਤ ਤੇ ਮਰਦ ਬਰਾਬਰ ਦੀ ਗਿਣਤੀ 'ਚ ਰਹਿਣ। ਸੋ ਇਹ ਉਸੇ ਦਾ ਕੀਤਾ ਜੇ ਕਿ ਵਾਈ ਨੂੰ ਤੋਰਨਾ ਜਾਂ ਐਕਸ ਨੂੰ ਤੋਰਨਾ, ਪਰ ਅਸੀਂ ਹਮੇਸ਼ਾ ਕਸੂਰ ਔਰਤ ਦਾ ਕੱਢ ਕੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਹਾਂ ਕਿ ਨਵੀਂ ਨੂੰ ਲਿਆਵਾਂਗੇ, ਜਦ ਕਿ ਜ਼ਿੰਮੇਵਾਰੀ ਕੁਦਰਤ ਨੇ ਮਰਦ ਤੇ ਦਿੱਤੀ ਹੈ ਕਿ ਬੇਟਾ ਹੋਣਾ ਜਾਂ ਬੇਟੀ ਸਿਰਫ ਤੇ ਸਿਰਫ ਪਿਓ ਤੇ ਨਿਰਭਰ ਹੁੰਦਾ। ਪਰ ਅਫਸੋਸ ਅਸੀਂ ਇਹ ਸਾਰਾ ਕਸੂਰ ਸਦੀਆਂ ਤੋਂ ਔਰਤ ਵਿੱਚ ਹੀ ਕੱਢਦੇ ਰਹੇ ਹਾਂ। ਜੀ ਮੈਡਮ, ਮੇਰਾ IVF ਨਾਲ ਜੁੜਿਆ ਇੱਕ ਸਵਾਲ ਹੈ ਕਿ ਜਿਵੇਂ ਹੁਣ ਲੋਕ ਇਹਦੇ ਵੱਲ ਵੱਧਦੇ ਜਾ ਰਹੇ ਨੇ, IVF ਦੇ ਵੀ ਵੱਲ ਜਾਂ IUI ਦੀ ਵੀ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਡਾਕਟਰਾਂ ਤੋਂ ਇਸ ਤਰੀਕੇ ਨਾਲ ਟ੍ਰੀਟਮੈਂਟ ਕਰਾਓ। ਚਲੋ ਕਈ ਓੜ-ਪੋੜ ਕਰਦੇ, ਇੱਧਰੋਂ ਉੱਧਰੋਂ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਦੇ ਨੇ, ਪਰ ਸਵਾਲ ਇੱਥੇ ਆ ਕੇ ਮੁੱਕਦਾ ਹੈ ਕਿ ਇਹ ਕਿੰਨਾ ਕੁ ਮਤਲਬ ਕਿ ਸਫਲ ਹੈ, ਕਿਉਂਕਿ ਜੇ ਉਮਰ ਜ਼ਿਆਦਾ ਹੋ ਜੇ ਤੇ ਉਸ ਉਮਰ ਤੱਕ ਵੀ ਬੱਚਾ ਨਾ ਹੋਵੇ, 35 40 45 ਸਾਲ, ਹੁਣ ਤਾਂ 50 ਸਾਲ ਦੇ ਜਿਹੜੇ ਨੇ ਉਹ IVF ਦੇ ਨਾਲ ਟਰਾਈ ਕਰ ਰਹੇ ਨੇ। ਕੀ ਇਹ ਮਤਲਬ ਕਿ ਇਹ ਰੁਝਾਨ, ਕਿਉਂਕਿ ਇਹਦੇ ਵਿੱਚ ਸੀਮਨ ਤੇ ਵੀ ਸਵਾਲ ਉੱਠਦਾ ਹੈ ਕਿ ਕਿੱਥੋਂ ਸਪਰਮ ਆ ਰਿਹਾ, ਕਿਸ ਤਰੀਕੇ ਦੇ ਨਾਲ ਤੁਹਾਡਾ DNA ਜਿਵੇਂ ਆਪਾਂ ਕਹਿੰਦੇ ਸੀ ਕਿ ਚੇਂਜ ਹੁੰਦਾ ਜਾ ਰਿਹਾ ਪੰਜਾਬ ਦਾ। ਦੇਖੋ, DNA ਤਬਦੀਲੀ ਵਿੱਚ ਮੈਨੂੰ ਲੱਗਦਾ ਕਿ ਜੇ 100% ਕੋਈ ਕਸੂਰਵਾਰ ਹੈ ਤੇ ਅਸੀਂ ਹੋਈ ਹਾਂ। ਕਾਰਨ ਇਹ ਕਿ ਪਹਿਲੀ ਚੀਜ਼ ਤਾਂ ਅਸੀਂ ਆਪਣੀ ਸੁੱਟੀਆਂ ਹੋਈਆਂ ਧੀਆਂ ਜਾਂ ਪੁੱਤਰ ਅਸੀਂ ਅਪਣਾਉਂਦੇ ਨਹੀਂ, ਇਹ ਸਾਨੂੰ ਸ਼ੌਕ ਨਹੀਂ ਵੀ ਅਸੀਂ ਗੋਦ ਲੈ ਲਈ। ਹੋਰ ਦੁਨੀਆ ਤੋਂ ਲੋਕ ਆ ਕੇ ਲੈ ਜਾਂਦੇ ਨੇ, ਸਾਨੂੰ ਨਾ ਆਪਣਾ ਘਰ ਦਾ ਚਿਰਾਗ ਦਾ ਸਾਡਾ ਕੁਝ ਇਹੋ ਜਿਹਾ ਝੱਲ ਮਚਿਆ ਹੋਇਆ ਸਾਡੇ ਦਿਮਾਗ ਅੰਦਰ ਕਿ ਨਹੀਂ ਆਪਣਾ ਹੀ ਹੋਣਾ ਚਾਹੀਦਾ, ਅਸੀਂ ਲੈਣ ਨੂੰ ਇਨਕਾਰ ਹੀ ਹੈ। ਸੋ ਜੋ ਕੁਛ IVF ਰਾਹੀਂ ਕੀ ਕਰਦੇ ਨੇ ਕਿ ਜੇ ਸਪਰਮ ਕਾਊਂਟ ਘੱਟ ਨੇ ਤਾਂ ਫਿਰ ਉਹ ਕਿਸੇ ਹੋਰ ਦਾ ਸਪਰਮ ਉੱਥੇ ਉਹਦੇ ਵਿੱਚ ਜੋ ਟੈਸਟ ਟਿਊਬ ਵਿੱਚ ਤਿਆਰ ਕਰਕੇ ਤੇ ਫਿਰ ਉਹ ਔਰਤ ਦੇ ਅੰਦਰ ਇੰਪਲਾਂਟ ਕਰ ਦਿੱਤਾ ਜਾਂਦਾ। ਸਾਡੇ ਜਦੋਂ ਗੱਭਰੂਆਂ ਨੂੰ, ਤੁਹਾਡੇ ਵਰਗੇ ਸੋਹਣੇ ਸੁਨੱਖੇ ਜਾਂ ਕਿਸੇ ਨੂੰ ਕਿਹਾ ਜਾਂਦਾ
ਤਾਂ ਸਾਡੇ ਤਾਂ ਇਹਨੂੰ ਇੱਕ ਕੁਕਰਮ ਮੰਨ ਕੇ ਪਾਸੇ ਹੋ ਜਾਂਦੇ ਨੇ। ਸਪਰਮ ਦੇਣੇ ਨੇ, ਪਾਗਲ ਹੋ ਤੁਸੀਂ, ਇਹੋ ਜਿਹੀ ਗੱਲ ਹੀ ਕਿਉਂ ਕੀਤੀ ਜਾ ਰਹੀ ਹੈ? ਯਾਨੀ ਇਹਨੂੰ ਅਸੀਂ ਇੱਕ ਹਊਆ ਬਣਾ ਕੇ ਜਾਂ ਸ਼ਰਮ ਦਾ ਨਾਂ ਦੇ ਕੇ ਜਾਂ ਸਮਾਜ ਦੇ ਵੱਲੋਂ ਕੁਛ ਅਜੀਬ ਜਿਹੀਆਂ ਕਹਿ ਲਓ ਕਿ ਕੁਛ ਅੜਚਣਾ ਜਾਂ ਤੁਸੀਂ ਵਲਗਣਾ ਪਾ ਦਿੱਤੀਆਂ ਗਈਆਂ ਕਿ ਇਹ ਤਾਂ ਕ੍ਰਾਈਮ ਹੈ, ਇਹ ਤਾਂ ਕਰਨਾ ਹੀ ਨਹੀਂ, ਇਹਦੀ ਗੱਲ ਵੀ ਨਹੀਂ ਕੀਤੀ ਜਾ ਸਕਦੀ। ਤੇ ਦੂਜੇ ਪਾਸੇ ਸਾਡੇ ਆਪਣੇ ਵੀਰ ਜੋ ਬਿਹਾਰ ਤੋਂ, ਕੋਈ ਯੂਪੀ ਤੋਂ ਕੰਮ ਲਈ ਆਏ ਨੇ, ਉਹਨਾਂ ਚੋਂ ਕੁਝ ਵਿਚਾਰੇ ਰਿਕਸ਼ਾ ਚਲਾਉਂਦੇ, ਕੁਝ ਰੇਹੜੀ ਚਲਾਉਂਦੇ, ਜਿਨ੍ਹਾਂ ਕੋਲ ਗੁਜ਼ਾਰੇ ਜੋਗਾ ਨਾ ਹੋਵੇ, ਉਹਨਾਂ ਨੂੰ ਦਿਸਦਾ ਹੈ ਕਿ ਜੇ ਮੈਂ ਵੀਰਜ ਦਾਨ ਕਰ ਰਿਹਾ, ਮੈਨੂੰ ਕਾਫ਼ੀ ਵੱਡਾ ਅਮਾਊਂਟ ਉਹਦੇ ਲਈ ਮਿਲ ਰਿਹਾ ਹੈ, ਤਾਂ ਉਹ ਹਰ ਹਫ਼ਤੇ ਜਾ ਕੇ ਉਹਨਾਂ ਨੇ ਰੂਟੀਨ ਬਣਾਇਆ ਹੈ। ਕੁਝ ਰਿਕਸ਼ੇ ਵਾਲੇ ਸਾਡੇ ਵੀਰ ਨੇ, ਕੁਝ ਰੇਹੜੀਆਂ ਚਲਾਉਂਦੇ ਨੇ, ਕੁਝ ਕੂੜਾ ਚੁੱਕਦੇ ਨੇ ਵੀਰ, ਉਹ ਸਾਰੇ ਆਪਣੀ ਰੁਜ਼ਗਾਰ ਨੂੰ ਵਾਧਾ ਕਰਨ ਵਾਸਤੇ ਇਹ ਵੀਰਜ ਦਾਨ ਦੇ ਰਹੇ ਨੇ ਤੇ ਰੈਗੂਲਰ ਉਹੀ ਦੇ ਰਹੇ ਨੇ। ਕੋਈ ਵੀ ਟਾਵਾਂ ਵਿਰਲਾ ਹੀ ਕਦੇ ਪਤਾ ਲੱਗਦਾ ਜੇ। ਮੈਂ ਦੇਖੋ ਇਹ ਡਾਕਟਰੀ ਸਾਡੀ ਅੰਦਰਲੀ ਗੱਲ ਜੇ, ਜੋ ਕਿ ਬਾਹਰ ਮੇਰੇ ਹਿਸਾਬ ਨਾਲ ਨਹੀਂ ਕੱਢਣੀ ਚਾਹੀਦੀ ਤੇ ਨਾ ਹੀ ਇਹ ਮੇਰਾ ਬਣਦਾ ਵੀ ਹੈ ਫਰਕ ਇਹੋ ਜਿਹੀ ਮੈਂ ਨਾ ਕੱਢਾਂ। ਪਰ ਮੈਂ ਵੱਡੀ ਗਿਣਤੀ ਦੱਸ ਰਹੀ ਹਾਂ ਕਿ ਕੋਈ ਵੀ ਨੌਜਵਾਨ ਬੱਚਾ ਸਾਡਾ ਪੰਜਾਬੀ ਇਸ ਕੰਮ ਲਈ ਅਗਾਂਹ ਨਹੀਂ ਆ ਰਿਹਾ। ਕੋਈ 0.01% ਜੇ ਕਹੋਗੇ ਤਾਂ ਇਹੋ ਜਿਹੇ ਆਣਗੇ, ਵਰਨਾ ਇਸ ਨੂੰ ਅਸੀਂ ਇੱਕ ਟੈਬੂ ਬਣਾ ਦਿੱਤਾ ਵੀ ਇਹਦੀ ਗੱਲ ਵੀ ਕਰਨੀ ਗੁਨਾਹ ਹੈ, ਵੀ ਇਹ ਚੀਜ਼ ਕਿਵੇਂ ਹੋ ਸਕਦੀ। ਤਾਂ ਉਹਦਾ ਨਤੀਜਾ ਫਿਰ ਵੀਰਾਂ ਕੀ ਹੋਣਾ? ਜੇ ਮੇਰੇ ਬਿਹਾਰ ਤੋਂ ਇੱਕ ਆਇਆ ਵੀਰ, ਗਰੀਬੀ ਕਾਰਨ ਜੇ ਉਹਨੂੰ ਦਿਸ ਰਿਹਾ ਇੱਥੋਂ ਪੈਸੇ ਮਿਲਦੇ ਨੇ, ਚੀਜ਼ ਜਾ ਕੇ ਦੇ ਰਿਹਾ, ਤਾਂ ਉਹ ਕਿਸ ਦਾ DNA, ਕਿਸ ਤਰ੍ਹਾਂ ਦਾ ਵੀਰਜ, ਉਹਦੇ ਕਿਸ ਤਰ੍ਹਾਂ ਦੇ ਸ਼ੁਕਰਾਣੂ ਜਾਣੇ ਨੇ ਤੇ ਅੱਗੋਂ ਕੀ ਪੈਦਾ ਹੋਣਾ? ਫਿਰ ਇਹ ਕੀ ਤੁਹਾਨੂੰ ਸਹੀ ਨਹੀਂ ਭਾਸਦਾ ਕਿ ਇਸ ਤਰੀਕੇ ਨਾਲ ਕੀ ਹੌਲੀ-ਹੌਲੀ ਸਾਡੇ ਚਿਹਰੇ ਮੋਹਰੇ ਵਿੱਚ ਸਾਡੀ ਜਿਸ ਤਰੀਕੇ ਦੀ ਗਰੋਥ, ਜੋ ਕਿ ਸਾਡੇ 6 ਫੁੱਟ 2 ਇੰਚ ਤੋਂ ਹੌਲੀ-ਹੌਲੀ ਤੁਸੀਂ ਦੇਖ ਹੀ ਰਹੇ ਹੋ ਕਿ ਸਾਡੇ ਤਾਂ ਹੁਣ 5 5.5 ਫੁੱਟ ਤੋਂ ਅਗਾਂਹ ਹੀ ਨਹੀਂ ਵੱਧ ਰਹੇ। ਉਹ ਗਿੱਠ-ਮੁੱਠੀਏ ਜਿਨ੍ਹਾਂ ਦੇ ਚਿਹਰੇ ਸਾਡੇ ਬਿਹਾਰ ਦੇ ਵੀਰਾਂ ਨਾਲ ਮਿਲਦੇ ਨੇ, ਯੂਪੀ ਦੇ ਵੀਰਾਂ ਨਾਲ ਮਿਲਦੇ ਨੇ, ਤੇ ਜਿਸ ਤਰੀਕੇ ਉਹ ਹੌਲੀ-ਹੌਲੀ ਤਬਦੀਲੀ ਆ ਰਹੀ ਹੈ, ਯਕੀਨਨ ਅਸੀਂ ਇੱਥੇ ਹੀ ਬਸ ਨਹੀਂ ਕੀਤਾ ਹੋਇਆ। ਮੈਂ ਤੁਹਾਨੂੰ ਦੱਸ ਦਿਆਂ, ਸਾਡੇ ਪੰਜਾਬ ਵਿੱਚ ਮੋਲਕੀਆਂ ਵੀ ਆ ਗਈਆਂ ਨੇ। ਨਾ ਪਤਾ ਹੋਏ ਕੀ ਸ਼ਬਦ ਹੈ, ਮੁੱਲ ਖਰੀਦ ਕੇ ਲਿਆਉਣ ਵਾਲੀਆਂ ਔਰਤਾਂ ਨੂੰ ਮੋਲਕੀ ਕਿਹਾ ਜਾਂਦਾ ਹੈ। ਜੀ। ਅਸਾਮ ਤੇ ਬਿਹਾਰ ਤੋਂ ਇਹ ਔਰਤਾਂ ਆ ਰਹੀਆਂ ਨੇ, ਜਿਨ੍ਹਾਂ ਦਾ ਇੱਕੋ ਹੀ ਕੰਮ ਹੈ, ਬੱਚੇ ਜੰਮੋ 50-50 ਰੁਪਈਆਂ 'ਚ ਅੱਗੇ ਫਿਰੇ ਵੇਚ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੂੰ ਨਾ ਤਾਂ ਕੋਈ ਹੱਕ ਦਿੱਤਾ ਜਾਂਦਾ ਆਪਣੇ ਕੁੱਖੋਂ ਜੰਮੇ ਬੱਚੇ ਤੇ, ਨਾ ਹੱਕ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਿਸੇ ਜ਼ਮੀਨ ਜਾਇਦਾਦ ਤੇ। ਉਹ ਸਿਰਫ ਇੱਕ ਸ਼ੈ ਨੇ, ਮਸ਼ੀਨ ਨੇ, ਜੰਮੋ ਤੇ ਅੱਗੇ ਦੇ ਦਿਓ। ਪਰ ਮੈਨੂੰ ਇਹ ਸਿਰਫ ਸਮਝਾਇਓ ਕਿ ਇਸ ਤਰੀਕੇ ਦੀ ਜੈਨੇਟਿਕ ਤਬਦੀਲੀ, ਜਿਹਦੇ ਵਿੱਚ ਹੋ ਸਕਦਾ ਉਹ ਅਸਾਮ ਦਾ ਸਿਕਲ ਸੈੱਲ ਜੀਨ ਹੈ, ਸਾਡੇ ਸਰੀਰਾਂ ਅੰਦਰ ਥੈਲਾਸੀਮੀਆ ਜੀਨ ਹੈ। ਇਹ ਮਾੜੇ ਜੀਨਾਂ ਦਾ ਜਦੋਂ ਵੱਡੀ ਪੱਧਰ ਤੇ ਸੁਮੇਲ ਹੋਏਗਾ ਤਾਂ ਕੋਈ ਹੋਰ ਮਾਰੂ ਬਿਮਾਰੀ ਵੀ ਜਿੱਥੇ ਉੱਭਰ ਸਕਦੀ ਹੈ। ਉੱਥੇ ਜਿਸ ਸੋਚ ਦੇ DNA ਉੱਥੋਂ ਪਹੁੰਚਣਗੇ, ਉਹ ਆਖਰ ਕਿਉਂ ਪੂਰੀ ਤਰ੍ਹਾਂ ਪੰਜਾਬੀਅਤ ਨੂੰ ਜਾਂ ਪੰਜਾਬ ਪ੍ਰਤੀ ਸਮਰਪਿਤ ਹੋਣਗੇ, ਜਿਨ੍ਹਾਂ ਦੇ ਅੰਦਰ ਜਿਸ ਤਰੀਕੇ ਦੀ ਸੋਚ ਉਸ ਸਮੇਂ ਦੀ ਉਹ ਪ੍ਰਫੁੱਲਤ ਹੋਈ ਹੋਏਗੀ, ਉਹ ਕਿਉਂ ਨਾ ਉਸ ਪਾਸੇ ਵੱਲ ਨੂੰ ਤੁਰਨਗੇ। ਉਹਨਾਂ ਦਾ ਚਿਹਰਾ ਮੋਹਰਾ, ਹਾਵ ਭਾਵ, ਢੰਗ ਸਭ ਕੁਛ ਤਬਦੀਲ ਹੋਏਗਾ। ਤਾਂ ਫਿਰ ਇਹ ਹੌਲੀ-ਹੌਲੀ ਅੱਜ ਨਹੀਂ, ਜ਼ਰਾ ਝਾਤ ਮਾਰਿਓ। ਜੇ ਸਾਡੇ ਅੱਜ ਦੇ ਪ੍ਰੋਗਰਾਮ ਰਾਹੀਂ ਜੋ ਕਿ ਠੀਕ ਹੋ ਸਕਣ ਵਾਲੀਆਂ ਚੀਜ਼ਾਂ ਨੂੰ ਨਾ ਧਿਆਨ ਦਿੱਤਾ ਗਿਆ, ਵੇਲੇ ਸਿਰ ਨਾ ਖਿਆਲ ਕਰਕੇ ਇਹਨਾਂ ਨੂੰ ਸਹੀ ਰਾਹ ਪਾਇਆ ਗਿਆ, ਤਾਂ ਅੱਗੇ ਹੀ ਨਸ਼ਾ ਸਾਨੂੰ ਚੱਬ ਗਿਆ। ਇਹ ਤਾਂ ਸਾਨੂੰ ਖਤਮ ਕਰਦਾ ਪਿਆ ਜੀ। ਤੇ ਉੱਤੋਂ ਆਹ ਜਿਹੜੇ ਬਚੇ ਨੇ, ਉਹਨਾਂ 'ਚ ਵੀ ਜੇ ਆਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ, ਤੁਸੀਂ ਸਮਝ ਰਹੇ ਹੋ ਕੀ ਕਹਿਰ ਮਚ ਸਕਦਾ ਜੀ। ਸੋ ਇਸ ਚੀਜ਼ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਜੇ ਕਿ ਸਾਨੂੰ ਵੇਲੇ ਸਿਰ ਜੇ ਸਮਝ ਆ ਜਾਵੇ ਕਿ ਕਿੱਥੇ ਕੰਮ ਕਰਨ ਦੀ ਲੋੜ ਹੈ, ਇਸ ਨੂੰ ਅਸੀਂ ਜੇ ਠੀਕ ਕਰ ਸਕੀਏ, ਯਕੀਨਨ ਫਿਰ ਅਸੀਂ ਬਹੁਤ ਸਾਰੀਆਂ ਜਾਨਾਂ ਵੀ ਬਚਾਵਾਂਗੇ, ਆਪਣੀ ਜੈਨੇਟਿਕ ਤਬਦੀਲੀ ਠੀਕ ਕਰ ਸਕਾਂਗੇ। ਮੈਂ ਮੇਰਾ ਆਖਰੀ ਸਵਾਲ ਹੈ, ਹੁਣ ਜਾਂਦੇ ਜਾਂਦੇ ਲੋਕ ਕਹਿਣਗੇ ਕਿ ਤੁਸੀਂ ਹਰ ਕਿਸਮ ਦੀ ਜਿਹੜੀ ਹੈ ਇਹਦੇ ਨਾਲ ਜੁੜੀ ਗੱਲ ਕਰ ਦਿੱਤੀ ਹੈ ਕਿ ਕਿਵੇਂ ਹੁੰਦਾ ਹੈ ਸਾਰਾ ਕੁਝ, ਪਰ ਹੁਣ ਇਲਾਜ ਵਾਲੇ ਪਾਸੇ ਤੁਰੀਏ ਕਿ ਇਲਾਜ ਕੀ ਹੈ ਇਹਦਾ? ਜੀ ਦੇਖੋ, ਜੇ ਤਾਂ ਰਸੌਲੀਆਂ ਨੇ ਉਹ ਚੀਜ਼ਾਂ ਤੁਸੀਂ ਇਲਾਜ ਆਪਰੇਸ਼ਨ ਦੇ ਨਾਲ ਹੋਣਗੇ। ਹਾਰਮੋਨ ਦੀ ਤਬਦੀਲੀ ਆ, ਉਹਦੇ ਲਈ ਹਾਰਮੋਨ ਦੇਣੇ ਪੈਣਗੇ। ਤੇ ਜਿਹੜੀਆਂ ਬਾਕੀ ਆਪਾਂ ਚੀਜ਼ਾਂ ਦੱਸ ਚੁੱਕੇ ਹਾਂ, ਸ਼ਰਾਬ, ਨਸ਼ਾ, ਸਿਗਰਟ, ਬੀੜੀ, ਇਹ ਸਭ ਛੱਡਣੇ ਪੈਣਗੇ, ਐਨਾਬੋਲਿਕ ਸਟੀਰੋਇਡ ਛੱਡਣੇ ਪੈਣਗੇ। ਪਰ ਕੁਝ ਅਹਿਮ ਦਵਾਈਆਂ ਜਿਨ੍ਹਾਂ ਦੇ ਕਮਾਲ ਅਸਰ ਵੇਖੇ ਗਏ ਨੇ, ਤੇ ਮੈਂ ਕੁਝ ਖੁਰਾਕ ਕੁਦਰਤੀ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗੀ, ਜਿਨ੍ਹਾਂ 'ਚ
ਇੱਕ ਦਵਾਈਆਂ ਦਾ ਥੋੜਾ ਜਿਹਾ ਜ਼ਿਕਰ ਕਰ ਦਿੰਦੇ ਆ। ਫੋਲਿਕ ਐਸਿਡ ਆਮ ਮਿਲਦੀ ਜੇ, ਜ਼ਿੰਕ, ਸੈਲੀਨੀਅਮ, ਵਿਟਾਮਿਨ ਸੀ, ਵਿਟਾਮਿਨ ਈ, ਇਹ ਆਮ ਮਿਲਣ ਵਾਲੀਆਂ ਦਵਾਈਆਂ ਨੇ। ਇਹ ਬਿਹਤਰੀਨ ਨੇ, ਖਾਧੀਆਂ ਜਾ ਸਕਦੀਆਂ। ਇਸੇ ਤਰ੍ਹਾਂ ਕੋਐਨਜ਼ਾਈਮ 10 ਹੁੰਦਾ ਜੇ, ਜਾਂ ਐਲ ਕਾਰਨੀਟੀਨ। ਇਹ ਦਵਾਈਆਂ ਆਮ ਬੀ ਕੰਪਲੈਕਸ ਦੇ ਵਿੱਚ ਹੀ ਅਸੀਂ ਗਿਣਦੇ ਹਾਂ, ਪਰ ਇਹਨਾਂ ਦੀ ਸਹੀ ਮਾਤਰਾ ਚਾਹੀਦੀ ਹੁੰਦੀ ਜੇ। ਇਸੇ ਲਈ ਬਿਨਾਂ ਡਾਕਟਰੀ ਸਲਾਹ ਦੇ ਰੱਬ ਦਾ ਵਾਸਤਾ ਜੇ ਨਾ ਲਿਓ। ਇਹ ਲੋੜ ਤੋਂ ਵੱਧ ਲੈਣਾ ਵੀ ਨੁਕਸਾਨ ਕਰ ਸਕਦੀਆਂ। ਸੋ ਇਹ ਮੇਰੀ ਬੇਨਤੀ ਹੈ ਕਿ ਆਮ ਸਿੰਪਲ ਦਵਾਈਆਂ ਤੁਹਾਨੂੰ ਠੀਕ ਕਰ ਸਕਦੀਆਂ ਹੁੰਦੀਆਂ ਨੇ। ਹਰ ਬੰਦੇ ਨੂੰ ਬਹੁਤ ਜ਼ਿਆਦਾ ਮਹਿੰਗਾ ਖਰਚਾ ਕਰਨ ਦੀ ਲੋੜ ਨਹੀਂ। ਸਿਰਫ ਡਾਕਟਰੀ ਸਲਾਹ ਨਾਲ ਦਵਾਈ ਠੀਕ ਲੈ। ਅੱਜ ਤੱਕ ਦੀ ਜਿੰਨੀਆਂ ਵੀ ਖੋਜਾਂ ਨੇ, ਮੈਂ ਵੀਰ ਕਿਸੇ ਪੈਥੀ ਦੇ ਖਿਲਾਫ ਨਹੀਂ ਆ, ਖੋਜ ਆਧਾਰਿਤ ਜਿੰਨੀਆਂ ਵੀ ਗੱਲਾਂ ਕੀਤੀਆਂ ਗਈਆਂ, ਉਸ 'ਚ ਜੜੀਆਂ ਬੂਟੀਆਂ ਦਾ ਹਾਲੇ ਤੱਕ ਕੋਈ ਬਹੁਤ ਵਧੀਆ ਅਸਰ ਦਿਸਿਆ ਨਹੀਂ, ਸਿਵਾਏ ਇੱਕ ਸਾਈਕੋਲੋਜੀਕਲ, ਜੋ ਕਿ ਆਪਾਂ ਨੈਕਸਟ ਇਸ਼ੂ 'ਚ ਕਰਾਂਗੇ, ਇਰੈਕਟਾਈਲ ਡਿਸਫੰਕਸ਼ਨ 'ਚ, ਜਿਸ 'ਚ ਮਰਦਾਨਾ ਕਮਜ਼ੋਰੀ ਜਿਹਨੂੰ ਕਹਿ ਦਿੰਦੇ ਆ। ਉਹ ਇੱਕ ਵੱਖਰਾ ਸਬਜੈਕਟ ਹੈ, ਉਸ ਤੇ ਗੱਲ ਕਰਾਂਗੇ। ਉਹਦੇ ਵਿੱਚ ਕਿਵੇਂ ਅਸਰ ਦਿਸਦਾ ਉਹ ਵੀ ਵੱਖ ਜੇ ਗੱਲ। ਪਰ ਇਹਦੇ ਵਿੱਚ ਇੱਕ ਜ਼ਰੂਰ ਜੋ ਇੰਪੋਰਟੈਂਟ ਗੱਲ ਖੁਰਾਕ ਬਾਰੇ ਦੱਸਣਾ ਚਾਹੁੰਦੀ ਹਾਂ। ਪਹਿਲੀ ਚੀਜ਼ ਤਾਂ ਸੰਤੁਲਿਤ ਖੁਰਾਕ ਤੇ ਰੈਗੂਲਰ ਕਸਰਤ ਤੇ 8 ਘੰਟੇ ਦੀ ਨੀਂਦ ਬਹੁਤ ਵਧੀਆ ਨੇ, ਜਿਹੜੇ ਤੁਹਾਨੂੰ ਇਹ ਸਹੀ ਕਰ ਸਕਦੇ ਨੇ। ਤਾਂ ਖੁਰਾਕ ਵਿੱਚ, ਸੰਤੁਲਿਤ ਖੁਰਾਕ ਵਿੱਚ 2-3 ਚੀਜ਼ਾਂ ਖਿਆਲ ਰੱਖਿਓ। ਇੱਕ ਤਾਂ ਰਾਗੀ ਦਾ ਆਟਾ, ਇਹ ਬਹੁਤ ਬਿਹਤਰੀਨ ਹੈ। ਰੌਂਗੀ ਨਹੀਂ, ਉਹ ਦਾਲ ਜੇ, ਮੈਂ ਰਾਗੀ ਅੰਨ ਦਾ ਗੱਲ ਕਰਦੀ ਹਾਂ। ਰਾਗੀ ਦਾ ਆਟਾ ਬਿਹਤਰੀਨ ਹੈ, ਤੁਹਾਨੂੰ ਸੰਪੂਰਨ ਰੂਪ ਵਿੱਚ ਬਿਮਾਰੀ ਰਹਿਤ ਕਰਨ ਵਿੱਚ ਵੀ ਬਹੁਤ ਫਾਇਦਾ ਦਿੰਦਾ। ਸੋ ਰਾਗੀ ਦਾ ਆਟਾ ਜੇ ਤੁਸੀਂ ਵਿੱਚ ਪਾਲਕ ਮਿਲਾ ਕੇ, ਉਹਨੂੰ ਪਾਲਣਹਾਰ ਦਾ ਹੀ ਨਾਮ ਇਸੇ ਕਰਕੇ ਦਿੱਤਾ ਗਿਆ ਸੀ। ਜੇ ਰੂਟੀਨ ਹੀ ਬਣਾ ਲਓ ਕਿ ਨਾਸ਼ਤੇ ਵਿੱਚ ਅਸੀਂ ਵਿੱਚ ਹੀ ਪਿਆਜ਼ ਪਾਣੇ ਨੇ ਥੋੜੇ ਜਿਹੇ, ਵਿੱਚ ਹੀ ਅਸੀਂ ਰਾਗੀ ਦਾ ਆਟਾ ਅਤੇ ਵਿੱਚ ਹੀ ਪਾਲਕ ਕੱਟ ਕੇ ਇਹਨੂੰ ਰੂਟੀਨ ਹੀ ਬਣਾਉਣੀ ਸ਼ੁਰੂ ਕਰ ਦਿਓ, ਬਹੁਤ ਸਾਰੇ ਰੋਗਾਂ ਤੋਂ ਬਚਾਓ ਹੋ ਜਾਏਗਾ। ਵਾਧੂ ਲੂਣ ਤੇ ਵਾਧੂ ਘਿਓ ਇਹ ਛੱਡ ਦਿਓ, ਇਹ ਨਾ ਲੈਣਾ। ਸੋ ਇਹ ਚੀਜ਼ ਰੂਟੀਨ ਰੱਖੋ। ਖੰਡ ਤੇ ਗੁੜ, ਸ਼ੱਕਰ ਨਾ ਬਰਾਬਰ ਹੀ ਹੋਣੇ ਚਾਹੀਦੇ ਨੇ। ਇਹ ਮੋਟਾਪਾ ਵੀ ਘਟਾਉਣਗੇ ਤੇ ਤੁਹਾਨੂੰ ਬੇਲੋੜਾ ਸਰੀਰ ਉੱਤੇ ਜ਼ੋਰ ਵੀ ਨਹੀਂ ਪਾਉਣਗੇ, ਸੋ ਇਹ ਨਾ ਲਓ। ਫਲੈਕਸ ਬੀਜ, ਯਾਨੀ ਜੇ ਤੁਸੀਂ ਇਹ ਲੈਂਦੇ ਹੋ, ਇਹ ਕਾਫੀ ਫਾਇਦੇਮੰਦ ਨੇ। ਓਮੇਗਾ 3 ਫੈਟੀ ਐਸਿਡ, ਇਸੇ ਤਰ੍ਹਾਂ ਜਿਹੜੇ ਮੱਛੀ ਖਾਂਦੇ ਨੇ। ਮੈਂ ਅਲਸੀ ਦੀ ਗੱਲ ਕੀਤੀ ਹੈ, ਫਲੈਕਸ ਬੀਜ ਜੇ ਕਿਸੇ ਨੂੰ ਨਾ ਸਮਝ ਆਇਆ ਹੋਵੇ। ਅਲਸੀ ਤੁਸੀਂ ਬੀਜ ਜੇ ਪੌਣਾ ਕੁ ਚਮਚਾ ਰੋਜ਼ ਚੱਬ ਕੇ ਖਾ ਜਾਓ ਦੁੱਧ ਦੇ ਨਾਲ, ਬਾਕਮਾਲ। ਔਰਤਾਂ ਵੀ, ਬੰਦੇ ਵੀ, ਸਾਰੇ ਖਾਓ, ਬਹੁਤ ਵਧੀਆ ਜੇ। ਬਿਲਕੁਲ ਇੰਝ ਹੀ ਜੇ ਤੁਸੀਂ ਰੂਟੀਨ ਬਣਾ ਲਓ ਕਿ ਹਫ਼ਤੇ ਵਿੱਚ 2 ਵਾਰ ਮੱਛੀ ਲਓ। ਫਿਸ਼ ਬਹੁਤ ਅਹਿਮ ਜੇ, ਬਹੁਤ ਵਧੀਆ, ਜਿਸ 'ਚ ਤੁਹਾਨੂੰ ਯਾਨੀ ਹਰ ਕਿਸਮ ਦੀ ਕਹਿ ਲਓ ਕਿ ਪ੍ਰੋਟੀਨ ਸਮੇਤ ਬਹੁਤ ਸਾਰੇ ਨੇ ਓਮੇਗਾ 3 ਤੇ 6 ਫੈਟੀ ਐਸਿਡਸ ਜੋ ਫਾਇਦਾ ਦੇ ਦਿੰਦੇ ਨੇ। ਸੋ ਉਹ ਵੀ ਜੇ ਤੁਸੀਂ ਨਾਲੋਂ ਨਾਲ ਰੈਗੂਲਰ ਜੇ ਰੂਟੀਨ ਬਣਾ ਲਓ ਤਾਂ ਬਹੁਤ ਵਧੀਆ ਜੇ। ਬਾਕੀ ਚੀਜ਼ਾਂ ਜਿਵੇਂ ਵੀ ਤੁਹਾਡੀ ਖੁਰਾਕ ਹੈ, ਜੋ ਵੀ ਤੁਸੀਂ ਖਾਂਦੇ ਰਹਿੰਦੇ ਹੋ, ਉਹ ਰੂਟੀਨ ਸੰਤੁਲਿਤ ਰੱਖੋ। ਯਾਨੀ ਕੋਈ ਵੀ ਲੋੜੋਂ ਵੱਧ ਚੀਜ਼ ਇੱਕ ਤੇ ਨਾ ਪ੍ਰੈਸ਼ਰ ਪਾਓ। ਤਾਂ ਇਹ ਖੁਰਾਕ ਜੇ ਤੁਸੀਂ ਰੂਟੀਨ ਬਣਾ ਲੈਂਦੇ ਹੋ ਇੰਨੀ ਕੁ ਨਾਲ, ਜਿਸ 'ਚ ਦਾਲਾਂ, ਸਬਜ਼ੀਆਂ ਤੇ ਫਲ ਇਹ ਜ਼ਿਆਦਾ ਹੋਣ, ਤਾਂ ਫਿਰ ਬੱਲੇ ਬੱਲੇ ਜੇ, ਸਭ ਕੁਝ ਤੁਹਾਨੂੰ ਘਰੇ ਬੈਠੇ ਮਿਲ ਸਕਦਾ ਹੈ। ਸ਼ੁਕਰੀਆ ਮੈਮ, ਬਹੁਤ ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ। ਇਨਫਰਟੀਲਿਟੀ ਦੇ ਮੁੱਦੇ ਉੱਤੇ ਗੱਲ ਕੀਤੀ ਹੈ, ਪੁਰਸ਼ਾਂ ਤੇ ਔਰਤਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ, ਉਹਨਾਂ ਦਾ ਹੱਲ, ਅਖੀਰ ਦੇ ਵਿੱਚ ਇਲਾਜ ਦੇ ਬਾਰੇ ਗੱਲ ਕੀਤੀ ਗਈ ਹੈ। ਤੁਸੀਂ ਮੇਨ ਤੌਰ ਤੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਕਿ ਤੁਸੀਂ ਡਾਕਟਰੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਨਾ ਵਰਤੋ। ਇੱਕ ਵਾਰ ਡਾਕਟਰ ਦੀ ਸਲਾਹ ਲਿਓ। ਹਰੇਕ ਬੰਦੇ ਦੀ ਅਲੱਗ-ਅਲੱਗ ਕਿਸਮ ਦੀ ਦਵਾਈ ਹੁੰਦੀ ਹੈ, ਇਸ ਕਰਕੇ ਘਰੇਲੂ ਜਿਹੜੇ ਨੁਸਖੇ ਨੇ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੇਸੀ ਖੁਰਾਕ ਜਿਹੜੀ ਹੈ ਉਹ ਬੰਦੇ ਨੂੰ ਬਚਾਉਂਦੀ ਹੈ ਤੇ ਉਸ ਪਾਸੇ ਵੱਲ ਨੂੰ ਤੁਰਨਾ ਚਾਹੀਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।